ਈਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਚਿਰਿਅਨ ਸੇਵ ਸਿਚਾਨ ਤੇ, ਕਰਵਾਈ ਕਰ ਦੀਨਾ। ਅਜਨ ਚਰਨ ਪਰ ਕੇ ਹਰੀ, ਪਾਏ ਸਵਾਰਨ ਕੀਨਾ। ਚਿਰਿਅਨ ਸੇਵ ਸਿਚਾਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਜੇ ਹੋਏ ਦਿਨ ਦੇ ਚੌਥੇ ਪਹਿਰਾਂ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਲਗਵਾ ਰਹੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਨਗਰ ਦੇ ਬਾਰ-ਬਾਰ ਬਿਰਾਜਮਾਨ ਹੋਏ ਨੇ ਤੇ ਕੁਝ ਪ੍ਰੇਮੀ ਜਨ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਕੁਝ ਦਿਨ ਸਤਿਗੁਰੂ ਉੱਥੇ ਬਿਰਾਜਦੇ ਹਨ। ਇੱਕ ਦਿਨ ਸਾਰੇ ਨਗਰ ਦੇ ਲੋਕ ਗੱਡਿਆਂ ਤੇ ਆਪਣਾ ਸਮਾਨ ਲੱਦ ਕੇ ਬਾਹਰ ਨੂੰ ਜਾ ਰਹੇ। ਗੁਰਦੇਵ ਨੇ ਜਾਣ ਦਾ ਕਾਰਨ ਪੁੱਛਿਆ। ਕਹਿਣ ਲੱਗੇ, ਮਹਾਰਾਜ 6 ਮਹੀਨਿਆਂ ਬਾਅਦ ਇਸ ਨਗਰ ਨੂੰ ਅੱਗ ਲੱਗਦੀ ਹੈ, ਇਸ ਕਰਕੇ ਆਪਾਂ ਆਪਣਾ ਕੀਮਤੀ ਸਮਾਨ ਲੈ ਕੇ ਨਗਰ ਤੋਂ ਬਾਹਰ ਚਲੇ ਜਾਂਦੇ। ਜਦੋਂ ਸਮਾਂ ਨਿਕਲ ਜਾਂਦਾ ਆਪਾਂ ਫੇਰ ਆ ਕੇ ਇੱਥੇ ਰਹਿਣ ਲੱਗ ਪੈਂਦੇ। ਗੁਰਦੇਵ ਕਹਿੰਦੇ, ਜੇ ਤੁਸੀਂ ਸਿੱਖੀ ਨੂੰ ਧਾਰਨ ਕਰੋ, ਪਰਮੇਸ਼ਰ ਦਾ ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ, ਤੇ ਫਿਰ ਤੁਹਾਨੂੰ ਆਪਣੇ ਘਰ ਛੱਡਣ ਦੀ ਲੋੜ ਨਹੀਂ ਹੈ। ਫਿਰ ਤੁਹਾਨੂੰ ਆਪਣਾ ਦੇਸ਼ ਛੱਡਣ ਦੀ, ਇਲਾਕਾ ਛੱਡਣ ਦੀ ਲੋੜ ਨਹੀਂ ਹੈ। ਗੁਰਦੇਵ ਦਾ ਬਚਨ ਮੰਨ ਕੇ ਚਰਨਾਂ ਦੀ ਪਹੁ ਲੈ ਕੇ ਸਿਮਰਨ ਕਰਨ ਲੱਗੇ। ਜਦੋਂ ਉਹ ਸਮਾਂ ਆਇਆ, ਜਿਹੜਾ ਦੈਂਤ ਉੱਥੇ ਆ ਕੇ ਨਗਰ ਨੂੰ ਅੱਗ ਲਾਉਂਦਾ ਸੀ, ਉਹਨੇ ਇਹ ਦੇਖਿਆ ਕਿ ਮੇਰਾ ਭੈ ਮੰਨ ਕੇ ਨਗਰ ਵਾਲੇ ਲੋਕ ਇੱਥੋਂ ਗਏ ਨਹੀਂ, ਪਰ ਉਹ ਸਾਰੇ ਤਾਂ ਇਕੱਠੇ ਹੋ ਕੇ ਰੱਬੀ ਮੂਰਤ ਪਰਮੇਸ਼ਰ ਦੇ ਅਵਤਾਰ ਉਸ ਨਿਰੰਕਾਰ ਦਾ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠੇ। ਜਦੋਂ ਸਤਿਗੁਰਾਂ ਕੋਲ ਆਇਆ ਨਾ, ਤੇ ਗੁਰਦੇਵ ਦੀ ਮਹਾਰਾਜ ਨੇ ਨਿਗਾਹ ਭਰ ਕੇ ਉਸ ਵੱਲ ਦੇਖਿਆ, ਮੂਰਛਿਤ ਹੋ ਕੇ ਧਰਤੀ ਤੇ ਡਿੱਗ ਪਿਆ। ਪਰ ਡਿੱਗਣ ਲੱਗਿਆਂ ਉਸ ਦਾ ਸਿਰ ਸਤਿਗੁਰਾਂ ਦੇ ਚਰਨਾਂ ਨਾਲ ਆਉਣ ਲੱਗਾ। ਗੁਰਦੇਵ ਮਿਹਰ ਦੇ ਘਰ 'ਚ ਆਏ, ਕਿਉਂਕਿ ਦਿਆਲੂ ਹਨ ਸਤਿਗੁਰੂ, ਸਮੁੱਚੀ ਸ੍ਰਿਸ਼ਟੀ ਦੇ ਕਾਇਨਾਤ ਦੇ ਮਾਲਕ ਹਨ ਸਤਿਗੁਰੂ। ਮਹਾਰਾਜ ਨੇ ਮਿਹਰ ਦੇ ਘਰ ਵਿੱਚ ਆ ਕੇ ਉਹਦੇ ਤੇ ਦਇਆ ਕੀਤੀ ਹੈ, ਉਹਦੇ ਤੇ ਦ੍ਰਿਸ਼ਟੀ ਪਾਈ ਤੇ ਉਹਨੂੰ ਸੋਝੀ ਆਈ। ਨੇਤਰ ਖੋਲ੍ਹਦੇ ਨੇ, ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗਣ ਲੱਗਾ। ਜਾਣ ਗਿਆ ਇਹ ਤਾਂ ਮਾਲਕ ਹਨ, ਇਹ ਤਾਂ ਆਪ ਨਿਰੰਕਾਰ ਹੈ, ਜਿਹਦੇ ਅੱਗੇ ਮੇਰਾ ਜ਼ੋਰ ਕੋਈ ਨਹੀਂ ਚੱਲਿਆ। ਹੱਥ ਜੋੜ ਕੇ ਬੇਨਤੀ ਕਰਦਾ ਹੈ, ਕਹਿਣ ਲੱਗਾ, ਮਹਾਰਾਜ ਮੇਰੇ ਤੋਂ ਹੋਈਆਂ ਭੁੱਲਾਂ ਬਖਸ਼ ਦਿਓ, ਕਿਰਪਾ ਕਰੋ ਕੋਈ ਐਸਾ ਉਪਦੇਸ਼ ਦਿਓ ਜਿਸ ਤਰ੍ਹਾਂ ਇਹਨਾਂ ਨੂੰ ਤੁਸੀਂ ਉਪਦੇਸ਼ ਦਿੱਤਾ ਹੈ ਤੇ ਇਹਨਾਂ ਦੀ ਰੱਖਿਆ ਵੀ ਆਪ ਕੀਤੀ, ਤੇ ਮੈਂ ਜਾਣ ਗਿਆ ਕਿ ਲੋਕ ਦੇ ਰਾਖੇ ਵੀ ਆਪ ਹੋ।
ਤੇ ਜਿਹਦੇ ਅੱਗੇ ਮੇਰਾ ਜ਼ੋਰ ਨਹੀਂ ਨਾ ਚੱਲਿਆ। ਤੇ ਪਰਲੋਕ ਦੇ ਰਾਖੇ ਵੀ ਇਹਨਾਂ ਦੇ ਤੁਸੀਂ ਹੋ। ਤੁਸੀਂ ਲੋਕ ਤੇ ਪਰਲੋਕ ਸਵਾਰਨ ਵਾਲੇ ਹੋ। ਕਿਰਪਾ ਕਰਕੇ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਦਿਓ ਤੇ ਮੇਰਾ ਵੀ ਲੋਕ ਪਰਲੋਕ ਸਵਾਰ ਦਿਓ। ਗੁਰਦੇਵ ਕਹਿੰਦੇ ਤੇਰਾ ਵੀ ਉਧਾਰ ਹੋਵੇਗਾ। ਜਿਹੜੇ ਮਾੜੇ ਕਰਮ ਤੂੰ ਕਰਦਾ ਹੈ ਉਹ ਛੱਡ। ਇਸ ਨਗਰ ਵਿੱਚ ਜਿਹੜੀ ਧਰਮਸ਼ਾਲਾ ਖੋਲੀ ਜਾਣੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾ। ਇੱਥੇ ਸੰਗਤ ਜੁੜ ਕੇ ਸਿਮਰਨ ਕਰੇਗੀ ਤੇ ਤੂੰ ਬਾਹਰੋਂ ਜਲ ਲਿਆ ਕੇ ਇਹਨਾਂ ਦੀ ਸੇਵਾ ਕਰੀ। ਤੇਰਾ ਵੀ ਉਧਾਰ ਹੋਵੇਗਾ। ਇਹ ਐਸਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ। ਗੁਰਦੇਵ ਐਸੀ ਜਿਹੜੀ ਸਿੱਖੀ ਦੀ ਰੀਤ ਇਸ ਦੇਸ਼ ਦੇ ਵਿੱਚ ਤੋਰੀ ਹੈ, ਜਿਹੜੀ ਸਿੱਖੀ ਨੂੰ ਧਾਰਨ ਕਰਕੇ ਜਿਸ ਤੇ ਛੂਟੈ ਜਗਤ ਕਲੇਸ਼ਾ, ਜਗਤ ਦੇ ਕਲੇਸ਼ ਜਿਹੜੇ ਸੀ ਛੁੱਟ ਗਏ। ਕਰਹਿ ਪਰਸਪਰ ਮਿਲ ਨਰ ਨਾਰੀ, ਪਰਮੇਸ਼ਰ ਤਨ ਇਹ ਉਪਕਾਰੀ। ਸਾਰੇ ਮਿਲ ਕੇ ਕਹਿੰਦੇ ਹਨ ਕਿ ਇਹ ਤਾਂ ਪਰਮੇਸ਼ਰ ਨੇ ਹੀ ਤਨ ਧਾਰਿਆ ਹੈ, ਕਿਉਂਕਿ ਹੋਰ ਕੋਈ ਕਿਸੇ ਦਾ ਕੁਝ ਸਵਾਰ ਕੇ ਰਾਜੀ ਨਹੀਂ ਹੁੰਦਾ। ਪਰ ਇਹ ਪਤਾ ਨਹੀਂ ਕਿੱਥੋਂ ਚੱਲ ਕੇ ਆਏ ਨੇ। ਸਾਡੇ ਲਈ ਤਾਂ ਅਵਤਾਰ ਹਨ, ਸਾਡੇ ਲਈ ਤਾਂ ਰੱਬ ਹਨ ਕਿ ਸਾਡੇ ਇਸ ਦੇਸ਼ ਨੂੰ ਆ ਕਰਕੇ ਬਚਾ ਲਿਆ, ਸਾੜਨੋਂ ਬਚਾ ਲਿਆ ਤੇ ਲੋਕ ਤੇ ਪਰਲੋਕ ਦੇ ਰਾਖੇ ਬਣੇ ਨੇ। ਜਿਸ ਤਰ੍ਹਾਂ ਗੁਰਦੇਵ ਇਹਨਾਂ ਦਾ ਉਧਾਰ ਕਰਕੇ ਇਹਨਾਂ ਨੂੰ ਚਰਨ ਪੌਲ ਦੇ ਕੇ ਸਿੱਖ ਬਣਾ ਕੇ ਪ੍ਰੇਮਾ ਭਗਤੀ ਦੀ ਜਾਗ ਲਾ ਕੇ ਸਤਨਾਮ ਦਾ ਬੀਜ ਬੀਜ ਕੇ ਅੱਗੇ ਜਿਸ ਤਰ੍ਹਾਂ ਸਤਿਗੁਰੂ ਨਗਰ ਵਿੱਚ ਜਾਂਦੇ ਨੇ, ਆਉਣ ਵਾਲੀ ਕਥਾ ਉਹ ਸਰਵਣ ਕਰੀਏ। ਦਿਓ ਅਸੀਸ ਰਸਨਾ ਕਰੋ ਪਵਿੱਤਰ। ਪਿਆਰ ਸਤਿਕਾਰ ਸਹਿਤ ਸਾਰੇ ਹੀ ਲਵਾਓ ਹਾਜ਼ਰੀਆਂ। ਸਤਿਗੁਰੂ ਜੀ ਨੂੰ ਅਦਬ ਨਾਲ ਸੀਸ ਝੁਕਾਉਂਦੇ ਆ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿਰਿਅਨ ਸੇਵ ਸਚਾਨ ਤੇ ਕਰਵਾਈ ਕਰ ਦੀਨ। ਐਸੇ ਦੀਨ ਦਿਆਲੂ ਸਤਿਗੁਰੂ ਜਿਨ੍ਹਾਂ ਨੇ ਇੰਨੀ ਰਹਿਮਤ ਕੀਤੀ ਹੈ ਕਿ ਚਿੜੀਆਂ ਦੀ ਸੇਵਾ ਸਚਾਨ ਨਾਮ ਹੈ ਬਾਜ ਦਾ, ਤੇ ਬਾਜ ਕੋਲੋਂ ਕਰਾ ਦਿੱਤੀ। ਕਦੇ ਦੇਖਿਆ ਹੈ ਕਿ ਬਾਜ ਤਾਂ ਜਿਹੜੇ ਛੋਟੇ ਪੰਛੀ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਤੇ ਆਪਣੇ ਪੇਟ ਦੀ ਪੂਰਤੀ ਕਰਦਾ ਹੈ। ਪਰ ਗੁਰਦੇਵ ਇੰਨੇ ਕਿਰਪਾਲੂ, ਇੰਨੇ ਰਹਿਮ ਦੇ ਘਰ ਵਿੱਚ ਆਏ ਜਿਹੜੇ ਦੈਂਤ ਦਾ ਸ਼ਿਕਾਰ ਬਣਦੇ ਸਨ ਨਗਰ ਦੇ ਲੋਕ। ਪਰ ਹੁਣ ਐਸੀ ਗੁਰੂ ਜੀ ਨੇ ਕਿਰਪਾ ਕੀਤੀ ਹੈ, ਨਗਰ ਵਾਲਿਆਂ ਨੇ ਗੁਰੂ ਜੀ ਦਾ ਬਚਨ ਮੰਨਿਆ, ਸਿੱਖ ਬਣ ਗਏ, ਪ੍ਰਭੂ ਦੀ ਭਗਤੀ ਕਰਨ ਲੱਗੇ, ਪ੍ਰੇਮਾ ਭਗਤੀ ਕਰਨ ਲੱਗੇ। ਤੇ ਜਿਹੜਾ ਦੈਂਤ ਪਹਿਲਾਂ ਇਹਨਾਂ ਲੋਕਾਂ ਦਾ ਨੁਕਸਾਨ ਕਰਦਾ ਸੀ, ਕਾਰਨ ਉਹਦਾ ਇਹੋ ਹੀ ਸੀ ਕਿ ਜਿੱਥੇ ਪ੍ਰਭੂ ਦਾ ਸਿਮਰਨ ਭੁੱਲ ਜਾਵੇ, ਪ੍ਰਭੂ ਦੀ ਯਾਦ ਵਿਸਰ ਜਾਵੇ ਤੇ ਉੱਥੇ ਦੈਂਤਾਂ ਦਾ ਹੀ ਵਾਸਾ ਹੋ ਜਾਂਦਾ ਹੈ। ਜਿੱਥੇ ਨਾਮ ਨਾ ਜਪੀਐ ਮੇਰੇ ਪਿਆਰੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ। ਉਹ ਨਗਰ ਜਿਹੜੇ ਉਜੜ ਜਾਂਦੇ ਨੇ, ਸ਼ਮਸ਼ਾਨ ਬਣ ਜਾਂਦੇ ਨੇ। ਇਸ ਲਈ ਬਾਹਰੋਂ ਭਾਵੇਂ ਜਿੰਨੇ ਮਰਜ਼ੀ ਸੋਹਣੇ ਦਿਸਦੇ ਹੋਣ, ਪਰ ਪ੍ਰਭੂ ਦੀ ਯਾਦ ਨੂੰ ਭੁਲਾਉਣ ਕਰਕੇ, ਸਿਮਰਨ ਭੁਲਾਉਣ ਕਰਕੇ ਜਦੋਂ ਅੰਦਰ ਝਾਤ ਮਾਰ ਕੇ ਦੇਖੀਦੀ ਹੈ ਨਾ, ਤੇ ਫਿਰ ਘਰ ਦੇ ਵਿੱਚੋਂ ਦੁੱਖ ਕੀਆਂ ਪੰਡਾਂ ਨਿਕਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਨਾਮ ਨੂੰ ਵਿਸਾਰ ਕਰਕੇ ਦੁਖੀ ਹੋਈਦਾ ਹੈ। ਇਸ ਕਰਕੇ ਗੁਰਦੇਵ ਨੇ ਇਹਨਾਂ ਨੂੰ ਸਿੱਖ ਬਣਾਇਆ। ਐਸੀ ਰਹਿਮਤ ਹੁਣ ਕੀਤੀ ਹੈ, ਜਿਹੜੇ ਸਿਮਰਨ ਕਰਨ ਲੱਗੇ ਸਨ ਉਹਨਾਂ ਦੀ ਸੇਵਾ ਦੇ ਵਿੱਚ ਇਹ ਦੈਂਤ ਨੂੰ ਲਾ ਦਿੱਤਾ। ਜਿਹੜਾ ਪਹਿਲਾਂ ਨਗਰ ਢਾਉਂਦਾ ਸੀ, ਨੁਕਸਾਨ ਕਰਦਾ ਸੀ, ਹੁਣ ਜਦੋਂ ਉਹਨੇ ਬੇਨਤੀ ਕੀਤੀ ਹੈ ਕਿ ਮੇਰਾ ਵੀ ਉਧਾਰ ਕਰ ਦਿਓ, ਮਹਾਰਾਜ ਕਹਿੰਦੇ ਤੇਰਾ ਵੀ ਹੋਵੇਗਾ। ਇਹ ਸੰਗਤ ਸਿਮਰਨ ਕਰੇ ਤੇ ਤੂੰ ਜਲ ਲਿਆ ਕੇ ਇਹਨਾਂ ਦੀ ਸੇਵਾ ਕਰੀ ਤੇ ਤੇਰੀ ਵੀ ਕਲਿਆਣ ਹੋਵੇਗੀ। ਭਾਵ ਕਿ ਚਿੜੀਆਂ ਦੀ ਸੇਵਾ ਬਾਜ ਕੋਲੋਂ ਕਰਾ ਦਿੱਤੀ। ਜਿਹੜਾ ਬਾਜ ਦਾ ਭੋਜਨ ਚਿੜੀਆਂ ਨੇ, ਦੈਂਤ ਇਹਨਾਂ ਨੂੰ ਆਪਣਾ ਭੋਜਨ ਬਣਾਉਂਦਾ ਸੀ, ਪਰ ਦੈਂਤ ਨੂੰ ਵੀ ਸੁਮੱਤ ਦੇ ਦਿੱਤੀ ਸਤਿਗੁਰਾਂ ਨੇ ਤੇ ਇਹਨਾਂ ਦੀ ਸੇਵਾ ਵਿੱਚ ਲਾ ਦਿੱਤਾ। ਅਜਨ ਚਰਨ ਪਰ ਕੀ ਹਰੀ, ਭਾਈ ਸਵਾਰਨ ਕੀਨਾ। ਸਤਿਗੁਰਾਂ ਨੇ ਇਸ ਤਰ੍ਹਾਂ ਰਹਿਮਤ ਕੀਤੀ ਹੈ ਕਿ ਮਾਨੋ ਬੱਕਰੀਆਂ ਦੀ ਸੇਵਾ ਦੇ ਵਿੱਚ ਬਘਿਆੜ ਨੂੰ ਲਾ ਦਿੱਤਾ ਜਾਂ ਸ਼ੇਰ ਨੂੰ ਲਾ ਦਿੱਤਾ ਹੋ, ਤੇ ਸ਼ੇਰ ਦਾ ਭੋਜਨ ਤੇ ਬੱਕਰੀਆਂ ਨੇ। ਪਰ ਇਹ ਦੈਂਤ ਨੂੰ ਇਹਨਾਂ ਦੀ ਸੇਵਾ ਵਿੱਚ ਲਾ ਕੇ ਐਸੀ ਰਹਿਮਤ ਕੀਤੀ ਹੈ, ਇਹਦਾ ਵੀ ਜੀਵਨ ਸਵਾਰ ਦਿੱਤਾ। ਜਿਹੜੇ ਨਗਰ ਦੇ ਲੋਕ ਸਨ ਉਹਨਾਂ ਦਾ ਤੇ ਉਧਾਰ ਕੀਤਾ ਹੀ ਕੀਤਾ, ਮਹਾਰਾਜ ਨੇ ਦੈਂਤ ਦਾ ਵੀ ਉਧਾਰ ਕਰ ਦਿੱਤਾ। ਜਿੱਥੇ ਪੁੰਨੀਆਂ ਦਾ ਉਧਾਰ ਹੋਇਆ, ਭਗਤੀ ਕਰਨ ਵਾਲੇ, ਸਿਮਰਨ ਵਾਲੇ ਸੰਤ ਜਨ ਤਰੇ। ਜਦੋਂ ਗੁਰੂ ਦੀ ਰਹਿਮਤ ਹੋਵੇ ਨਾ
ਤੇ ਫਿਰ ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਇਹ ਦੈਂਤਾਂ ਦਾ ਵੀ ਉਧਾਰ ਕਰ ਦਿੱਤਾ। ਤਾਂ ਹੀ ਉਹ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਮੈਂ ਬਹੁਤ ਜ਼ਿਆਦਾ ਅਪਰਾਧ ਕੀਤੇ ਹਨ, ਇੰਨੇ ਔਗਣ ਕੀਤੇ ਨੇ ਕਿ ਪਤਾ ਨਹੀਂ ਨਰਕਾਂ 'ਚ ਵੀ ਥਾਂ ਨਾ ਮਿਲੇ। ਪਰ ਜਦੋਂ ਐਸੀਆਂ ਸਾਖੀਆਂ ਤੁਹਾਡੇ ਜੀਵਨ ਸਾਖੀ ਵਿੱਚੋਂ ਸਰਵਣ ਕਰਦੇ ਹਾਂ ਕਿ ਇਹਨਾਂ ਪਾਪੀਆਂ ਦਾ, ਇਹਨਾਂ ਦੈਂਤਾਂ ਦਾ ਤੁਸੀਂ ਉਧਾਰ ਕੀਤਾ, ਤੇ ਫਿਰ ਮੇਰੇ ਮਨ ਵਿੱਚ ਵੀ ਹੌਸਲਾ ਆ ਜਾਂਦਾ ਏ ਕਿ ਮੈਂ ਵੀ ਇਸ ਤਰ੍ਹਾਂ ਦਾ ਭੈੜੀ ਬਿਰਤੀ ਵਾਲਾ, ਪਰ ਤੁਹਾਡੀ ਸ਼ਰਨ ਦੇ ਵਿੱਚ ਆਉਣ ਕਰਕੇ ਮੇਰਾ ਵੀ ਉਧਾਰ ਹੋ ਜਾਵੇਗਾ। ਸੋ ਐਸੀ ਰਹਿਮਤ ਸਤਿਗੁਰਾਂ ਨੇ ਕੀਤੀ ਹੈ ਕਿ ਚਿੜੀਆਂ ਦੀ ਸੇਵਾ ਬਾਜ ਤੋਂ ਕਰਾ ਦਿੱਤੀ, ਬੱਕਰੀਆਂ ਦੀ ਸੇਵਾ ਸ਼ੇਰ ਤੋਂ ਕਰਾ ਦਿੱਤੀ ਹੈ। ਚੌਪਈ ਕੀਤਿਕ ਦਿਵਸ ਬਸੀ ਤੇ ਥਾਨਾ, ਕੁਝ ਕੁ ਦਿਨ ਸਤਿਗੁਰੂ ਇਸ ਨਗਰ ਵਿੱਚ ਰਹੇ ਹਨ। ਸਿੱਖੀ ਮਾਰਗ ਕੋ ਪ੍ਰਗਟਾਨਾ, ਤੇ ਇਸ ਨਗਰ ਵਿੱਚ ਰਹਿ ਕੇ ਸਤਿਗੁਰੂ ਜੀ ਨੇ ਸਿੱਖੀ ਦਾ ਮਾਰਗ ਪ੍ਰਗਟ ਕੀਤਾ ਹੈ। ਸਤਨਾਮ ਕੋ ਜਾਪ ਜਪਾਇਓ, ਜਿਹੜੇ ਭੁੱਲ ਚੁੱਕੇ ਸਨ ਸਿਮਰਨ ਨੂੰ, ਉਹਨਾਂ ਦੇ ਤਾਈਂ ਪ੍ਰਭੂ ਦਾ ਨਾਮ ਜਪਾਇਆ ਹੈ। ਦੀਸ਼ ਕੁਮਗ ਤੇ ਸੁਮਗਹਿ ਪਾਇਓ, ਇਹ ਇਲਾਕਾ ਜਿਹੜਾ ਦੇਸ਼ ਸੀ ਭੈੜੇ ਰਸਤੇ ਤੇ ਤੁਰਿਆ ਹੋਇਆ ਸੀ, ਕਿਉਂਕਿ ਜਦੋਂ ਨਾਮ ਨੂੰ ਭੁਲਾ ਦਈਏ, ਸੰਗਤ ਭੁੱਲ ਜਾਵੇ, ਤੇ ਫਿਰ ਆਪੇ ਬਿਰਤੀ ਜਿਹੜੀ ਹੈ ਉਹ ਮਾੜੇ ਪਾਸੇ ਤੁਰ ਪੈਂਦੀ ਹੈ। ਇਸ ਕਰਕੇ ਜਿਨ੍ਹਾਂ ਦੀ ਬਿਰਤੀ ਭੈੜੇ ਰਸਤੇ ਤੇ ਤੁਰੀ ਹੋਈ ਸੀ, ਉਹਨਾਂ ਨੂੰ ਸਿਮਰਨ ਕਰਾ ਕੇ ਸਿੱਖੀ ਦੇ ਮਾਰਗ ਤੇ ਤੋਰਿਆ ਅਤੇ ਉਹਨਾਂ ਨੂੰ ਸਿੱਧੇ ਰਸਤੇ ਪਾ ਦਿੱਤਾ। ਅਨੰਤ ਚੱਲਣ ਕੀ ਮਨਸਾ ਤਾਰੀ, ਹੁਣ ਸਤਿਗੁਰੂ ਜੀ ਨੇ ਇਹਨਾਂ ਦਾ ਉਧਾਰ ਕੀਤਾ ਹੈ ਤੇ ਹੋਰ ਅੱਗੇ ਚੱਲਣ ਦੀ ਇੱਛਾ ਪ੍ਰਗਟ ਕੀਤੀ ਹੈ। ਸ਼੍ਰੀ ਨਾਨਕ ਜੀ ਪਾਰੀ ਉਪਕਾਰੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਪਰਉਪਕਾਰ ਵਾਸਤੇ ਸਾਡੀ ਕਲਿਆਣ ਦੇ ਲਈ ਆਏ ਹਨ। ਵਿਦਾ ਹੋਏ ਤਿਨ ਤੇ ਪ੍ਰਸਥਾਨੇ, ਸਤਿਗੁਰੂ ਜੀ ਇਹਨਾਂ ਕੋਲੋਂ ਵਿਦਾ ਹੋਏ ਹਨ ਤੇ ਅੱਗੇ ਚੱਲ ਪਏ ਨੇ। ਪਹੁੰਚੈ ਸਿੰਧ ਤੀਰ ਇਕ ਥਾਨੇ, ਅੱਗੇ ਗਏ ਹਨ ਸਤਿਗੁਰੂ ਇੱਕ ਸਮੁੰਦਰ ਦੇ ਕੰਢੇ ਤੇ ਇੱਕ ਨਗਰ ਵਸਦਾ ਸੀ, ਉੱਥੇ ਮਹਾਰਾਜ ਪਹੁੰਚੇ ਹਨ। ਤਹਿ ਇਕ ਗ੍ਰਾਮ ਦੇਖ ਜਗ ਸਾਈ, ਜਗਤ ਦੇ ਮਾਲਕ ਸਤਿਗੁਰੂ ਉਹਨਾਂ ਇਲਾਕਿਆਂ ਵਿੱਚ ਵੀ ਗਏ ਨੇ, ਜਿਨ੍ਹਾਂ ਇਲਾਕਿਆਂ ਵਿੱਚ, ਜਿਨ੍ਹਾਂ ਥਾਵਾਂ ਤੇ ਅੱਜ ਵੀ ਜਾਣਾ ਬੜਾ ਕਠਿਨ ਹੈ। ਪਰ ਉਹ ਤਾਂ ਆਏ ਹੀ ਸਾਰਿਆਂ ਦੀ ਪੁਕਾਰ ਸੁਣ ਕੇ, ਸਾਰਿਆਂ ਦੀ ਕਲਿਆਣ ਵਾਸਤੇ ਨੇ। ਇੱਕ ਨਗਰ ਸੀ ਸਮੁੰਦਰ ਦੇ ਕੰਢੇ ਤੇ ਵਸਦਾ ਸੀ, ਉਹ ਨਗਰ ਦੇਖ ਕੇ ਸਤਿਗੁਰੂ ਉੱਥੇ ਪਹੁੰਚ ਗਏ ਹਨ। ਤਹਿ ਇਕ ਗ੍ਰਾਮ ਤਰ ਤੇ ਤਰ ਬੈਠੇ ਸੁਠ ਥਾਈ, ਨਗਰ ਤੋਂ ਬਾਰ-ਬਾਰ ਸਤਿਗੁਰੂ ਇੱਕ ਸੋਹਣਾ ਥਾਂ, ਰਮਣੀਕ ਥਾਂ, ਇੱਕ ਬ੍ਰਿਕਸ਼ ਦੇ ਹੇਠਾਂ ਦੇਖਿਆ ਹੈ। ਉਸ ਰੁੱਖ ਦੀ ਛਾਂ ਹੇਠਾਂ ਸਤਿਗੁਰੂ ਬਿਰਾਜਮਾਨ ਹੋਏ ਹਨ। ਛਠੇ ਮਹੀਨੇ ਸਿੰਧ ਤਰੰਗਾ, ਸੰਗਤ ਜੀ ਜਿੱਥੇ ਵੀ ਸਤਿਗੁਰੂ ਗਏ ਹਨ, ਉੱਥੇ ਜਿਹੜੇ ਲੋਕ ਦੁਖੀ ਹੋ ਚੁੱਕੇ ਸਨ, ਕੋਈ ਦੈਂਤ ਤੋਂ ਦੁਖੀ ਸੀ, ਕੋਈ ਕੁਦਰਤੀ ਆਫਤਾਂ ਤੋਂ ਦੁਖੀ ਸੀ, ਉਹਨਾਂ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਮਹਾਰਾਜ ਸਤਿਗੁਰੂ ਆਪਣੇ ਮੁਬਾਰਕ ਚਰਨ ਪਾਉਂਦੇ। ਜਿੱਥੇ ਗੁਰਦੇਵ ਹੁਣ ਗਏ ਨਾ, ਸਮੁੰਦਰ ਦੇ ਕੰਢੇ ਤੇ ਇੱਕ ਨਗਰ ਵਸਿਆ ਸੀ, ਤੇ 6 ਮਹੀਨੇ ਬਾਅਦ ਸਮੁੰਦਰ ਦੀਆਂ ਲਹਿਰਾਂ ਚੜ੍ਹ ਕੇ ਆਉਂਦੀਆਂ ਸਨ। ਦੀਤ ਰੁੜਾਈ ਗ੍ਰਾਮ ਜਲ ਸੰਗਾ, ਤੇ ਜਿੰਨਾ ਸੋਹਣਾ ਨਗਰ ਲੋਕਾਂ ਨੇ ਵਸਾਇਆ ਹੁੰਦਾ ਸੀ, ਆਪਣੇ ਘਰ ਸਵਾਰੇ ਹੁੰਦੇ ਸਨ, ਤੇ ਸਮੁੰਦਰ ਦੀਆਂ ਤਰੰਗਾਂ ਜਿਹੜੀਆਂ ਸਨ ਉਹ ਘਰ ਰੋੜ ਦਿੰਦੀਆਂ ਸੀ। ਅੱਜ ਵੀ ਆਪਾਂ ਦੇਖਦੇ ਹਾਂ ਕਿ ਕੁਦਰਤੀ ਆਫਤਾਂ ਉਹਨਾਂ ਇਲਾਕਿਆਂ ਵਿੱਚ ਬਹੁਤੀਆਂ ਆਉਂਦੀਆਂ ਨੇ, ਜਿਹੜੇ ਪ੍ਰਭੂ ਦੇ ਸਿਮਰਨ ਨੂੰ ਭੁਲਾ ਚੁੱਕੇ, ਜਿਨ੍ਹਾਂ ਨੂੰ ਪਤਾ ਨਹੀਂ ਕਿ ਮਨੁੱਖਾ ਤਨ ਮਿਲਿਆ ਕਾਹਦੇ ਵਾਸਤੇ ਹੈ, ਕਰਨ ਕੀ ਆਏ ਹਾਂ। ਨਾਮ ਨੂੰ ਭੁਲਾ ਕੇ ਤਾਂ ਫਿਰ ਦੋਖੀ ਜਿਹੜੇ ਨੇ ਉਹ ਸਾਹਮਣੇ ਆਉਂਦੇ ਹਨ। ਕੁਦਰਤੀ ਆਫਤਾਂ, ਕਿਤੇ ਧਰਤੀ ਭੁਚਾਲ ਆ ਜਾਣੇ, ਕਿਤੇ ਪਾਣੀ ਚੜ੍ਹ ਕੇ ਆ ਜਾਣਾ, ਕਿਤੇ ਅੱਗਾਂ ਲੱਗ ਜਾਣੀਆਂ। ਇਹ ਨਗਰ ਵੀ ਇੱਕ ਥਾਂ ਐਸਾ ਸੀ ਕਿ ਜਿੱਥੇ 6 ਮਹੀਨੇ ਬਾਅਦ ਸਮੁੰਦਰ ਦੀਆਂ ਪਾਣੀ ਦੀਆਂ ਤਰੰਗਾਂ ਆਉਂਦੀਆਂ ਸਨ ਤੇ ਨਗਰ ਦੇ ਘਰ ਰੋੜ ਦਿੰਦੀਆਂ ਸੀ। ਦੁਈ ਦਿਵਸ ਤਬ ਤਹਾਂ ਬਿਤਾਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ 2 ਦਿਨ ਇਸ ਨਗਰ ਦੇ ਬਾਹਰ ਬਤੀਤ ਕੀਤੇ ਨੇ। ਨਰ ਤਬ ਚਲੇ ਅਪਰ ਹੀ ਥਾਏ, ਸਤਿਗੁਰਾਂ ਨੇ ਇੱਥੇ ਵੀ ਲੋਕਾਂ ਨੂੰ ਦੇਖਿਆ ਹੈ ਕਿ ਕੁਝ ਲੋਕ ਇਕੱਤਰ ਹੋ ਕੇ ਆਪਣਾ ਨਗਰ ਛੱਡ ਕੇ ਹੋਰ ਥਾਂ ਤੇ ਜਾ ਰਹੇ ਹਨ। ਆਪਣੀ ਸਰਬ ਸੰਭਾਰ ਸੰਭਾਰੀ, ਸਾਰਿਆਂ ਨੇ ਆਪੋ ਆਪਣੀਆਂ ਸਮੱਗਰੀਆਂ, ਆਪੋ ਆਪਣੀਆਂ ਵਸਤੂਆਂ ਜਿਹੜੀਆਂ ਨੇ ਉਹ ਸੰਭਾਲ ਲਈਆਂ ਨੇ। ਗੁਰੂ ਬਿਲੋਕਤ ਗਿਰਾ ਉਚਾਰੀ, ਜਦ ਸਤਿਗੁਰਾਂ ਨੇ ਇਹਨਾਂ ਲੋਕਾਂ ਨੂੰ ਨਗਰ ਛੱਡ ਕੇ ਬਾਹਰ ਜਾਂਦਿਆਂ ਦੇਖਿਆ ਨਾ
ਇਹ ਸਾਰਿਆਂ ਨੇ ਆਪਣੇ ਗੱਡਿਆਂ ਦੇ ਉੱਤੇ ਸਮਾਨ ਲੱਦੇ ਹੋਏ ਨੇ ਤੇ ਬਾਹਰ ਜਾ ਰਹੇ ਨੇ। ਸਤਿਗੁਰੂ ਜੀ ਨੇ ਇਹਨਾਂ ਨੂੰ ਪੁੱਛਿਆ ਹੈ, ਦੋਹਰਾ ਕਹਾਂ ਤਿਆਰੀ ਤੁਮ ਕਰੀ। ਗੁਰਦੇਵ ਕਹਿੰਦੇ ਨੇ ਕਿ ਪੁਰਖੋ ਤੁਸੀਂ ਕਿੱਧਰ ਨੂੰ ਜਾ ਰਹੇ ਹੋ, ਕਿੱਧਰ ਤਿਆਰੀ ਕੀਤੀ ਹੈ, ਆਪਣਾ ਦੇਸ਼ ਛੱਡ ਕੇ ਕਿੱਥੇ ਚੱਲੇ ਹੋ? ਕਿਉਂ ਤਿਆਗਿਓ ਨਿਜ ਗ੍ਰਾਉ। ਕਿਉਂ ਤੁਸੀਂ ਆਪਣਾ ਇਹ ਨਗਰ ਵਸਾਉਂਦਾ ਸੋਹਣਾ ਨਗਰ ਛੱਡ ਕੇ ਕਿਤੇ ਹੋਰ ਜਾ ਰਹੇ ਹੋ? ਸੁਨ ਨਰ ਬੋਲੇ ਤੁਮ ਚਲੋ। ਸਤਿਗੁਰਾਂ ਦਾ ਇਹ ਬਚਨ ਸੁਣ ਕੇ ਨਾ ਜਿਹੜੇ ਨਗਰ ਵਾਲੇ ਲੋਕ ਸੀ ਉਹ ਪਾਤਸ਼ਾਹ ਨੂੰ ਵੀ ਕਹਿਣ ਲੱਗੇ ਮਹਾਪੁਰਸ਼ੋ, ਸਾਡੀ ਬੇਨਤੀ ਮੰਨੋ, ਤੁਸੀਂ ਵੀ ਇੱਥੋਂ ਹੁਣ ਚੱਲੋ। ਰਹੋ ਨਾ ਅਬ ਇਹ ਥਾਉ। ਆਪ ਜੀ ਇਹ ਜਗ੍ਹਾ ਨੂੰ ਹੁਣ ਤਿਆਗ ਦਿਓ ਤੇ ਸਾਡੇ ਨਾਲ ਚੱਲੋ, ਹੁਣ ਇਹ ਥਾਂ ਰਹਿਣ ਯੋਗ ਨਹੀਂ ਹੈ। ਚਾਉ ਪਈ ਅਬ ਆਵੇਗੀ ਸਾਗਰ ਚਾਲੇ। ਕਿਉਂਕਿ ਹੁਣ ਸਮਾਂ ਆ ਚੁੱਕਿਆ ਹੈ, ਸਮੁੰਦਰ ਦੀ ਜਿਹੜੀਆਂ ਲਹਿਰਾਂ ਨੇ ਉਹ ਬਾਹਰ ਆਉਣਗੀਆਂ। ਦਿਹ ਰੁੜਾਏ ਸਦਨ ਜਲ ਨਾਲੇ। ਤੇ ਪਾਣੀ ਦੇ ਨਾਲ ਜਿਹੜੇ ਸਾਡੇ ਬਣੇ ਬਣਾਏ ਘਰ ਨੇ, ਇਹ ਸੋਹਣਾ ਨਗਰ ਦਿਸ ਰਿਹਾ ਹੈ ਨਾ, ਇਹ ਸਾਰੇ ਹੀ ਲਹਿਰਾਂ ਦੇ ਨਾਲ ਰੁੜ ਜਾਣਗੇ। ਆਏ ਬਹੋਰ ਉਸਾਰੈ ਧਾਮੂ। ਹੁਣ ਸਾਡੇ ਕੋਲ ਰਹਿਣ ਵਾਸਤੇ ਹੋਰ ਥਾਂ ਤੇ ਹੈ ਨਹੀਂ। ਜਦੋਂ ਇਹ ਪਾਣੀ ਦੀਆਂ ਲਹਿਰਾਂ ਵਾਪਸ ਚਲੀਆਂ ਜਾਣਗੀਆਂ ਤੇ ਫਿਰ ਕੁਝ ਦਿਨ ਆਪਾਂ ਬਾਹਰ ਕਿਤੇ ਰਹਿ ਕੇ ਬਤੀਤ ਕਰਾਂਗੇ, ਤੇ ਜਦੋਂ ਇਹ ਲਹਿਰਾਂ ਵਾਪਸ ਇੱਥੋਂ ਜਾਣਗੀਆਂ ਤੇ ਫਿਰ ਆ ਕੇ ਆਪਾਂ ਇੱਥੇ ਘਰ ਬਣਾ ਲਵਾਂਗੇ। ਇਹ ਥਾਂ ਰਹਿਣ ਨਹੀਂ ਅਬ ਕਾਮੂ। ਮਹਾਪੁਰਖੋ, ਇਹ ਥਾਂ ਰਹਿਣ ਦਾ ਹੁਣ ਸਾਨੂੰ ਕੋਈ ਕੰਮ ਨਹੀਂ ਹੈ, ਕਿਉਂਕਿ ਪਤਾ ਹੈ 6 ਮਹੀਨੇ ਬਾਅਦ ਲਹਿਰਾਂ ਆਉਂਦੀਆਂ ਨੇ। ਉਹ ਸਮਾਂ ਹੁਣ ਨੇੜੇ ਆ ਚੁੱਕਿਆ ਹੈ, ਇਸ ਕਰਕੇ ਅਸੀਂ ਇਹ ਨਗਰ ਛੱਡ ਕੇ ਬਾਹਰ ਜਾ ਰਹੇ ਹਾਂ। ਸੁਨ ਕੇ ਬੋਲੇ ਬਚਨ ਕਿਰਪਾਲਾ। ਕਿਰਪਾ ਦੇ ਘਰ ਸਤਿਗੁਰੂ ਮਹਾਰਾਜ ਇਹਨਾਂ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ, ਸਿੱਖੀ ਮਾਨੋ ਹਿਰਦੈ ਵਿਸਾਲਾ। ਗੁਰਦੇਵ ਕਹਿਣ ਲੱਗੇ, ਇਹ ਕੁਦਰਤੀ ਆਫਤਾਂ ਜਾਂ ਜਿਹੜੇ ਦੁੱਖ ਨੇ ਨਾ, ਭਾਵੇਂ ਕਿਸੇ ਦੇਸ਼ ਵਿੱਚ, ਭਾਵੇਂ ਇਲਾਕੇ ਵਿੱਚ, ਭਾਵੇਂ ਸ਼ਹਿਰਾਂ 'ਚ ਤੇ ਭਾਵੇਂ ਘਰਾਂ 'ਚ, ਤੇ ਭਾਵੇਂ ਸਰੀਰ ਨੂੰ ਵੀ ਘਰ ਕਿਹਾ ਗਿਆ ਹੈ, ਇਹ ਤਾਂ ਆਉਂਦੇ ਨੇ ਜਦੋਂ ਪਰਮਾਤਮਾ ਦੀ, ਰੱਬ ਦੀ ਯਾਦ ਭੁਲਾ ਦਿੰਦੇ। ਜੇ ਤੁਸੀਂ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ 'ਚ ਸੰਭਾਲੋ ਤੇ ਗੁਰਦੇਵ ਕਹਿਣ ਲੱਗੇ, ਜਿਹੜੇ ਸਿੱਖੀ ਤੇ ਮਾਰਗ ਤੇ ਤੁਹਾਨੂੰ ਤੋਰਾਂਗੇ ਉਸ ਤੇ ਚੱਲੋ। ਸੁਨੇ ਉਪਦੇਸ਼ ਭਨੋ ਸਤਨਾਮੂ। ਜਿਹੜਾ ਉਪਦੇਸ਼ ਤੁਹਾਨੂੰ ਦਵਾਂਗੇ ਪ੍ਰਭੂ ਦੇ ਸਿਮਰਨ ਕਰਨ ਦਾ, ਇਹ ਉਪਦੇਸ਼ ਤੁਸੀਂ ਸਾਡਾ ਆਪਣੇ ਹਿਰਦੇ 'ਚ ਧਾਰਨ ਕਰੋ। ਤੇ ਹੁਣ ਸਿੱਖ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ। ਤੇ ਗੁਰੂ ਦੀ ਤਾਂ ਸਿੱਖਿਆ ਹੀ ਇਹ ਹੈ ਕਿ ਭਜੋ ਸਤਨਾਮੂ। ਸਤਨਾਮੂ ਪਰਮੇਸ਼ਰ ਦਾ ਨਾਮ ਭਜੋ, ਜਪੋ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹੋ ਹੀ ਮਨੁੱਖਾ ਜਨਮ ਦਾ ਲਾਹਾ ਹੈ ਸਭ ਤੋਂ ਵੱਡਾ, ਕਿ ਕਿਉਂ ਭੁੱਲ ਗਏ ਆ ਪਰਮੇਸ਼ਰ ਦਾ ਨਾਮ ਜਪੀਏ। ਜੇ ਨਾਮ ਜਪਾਂਗੇ ਤੇ ਫਿਰ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਣਗੇ। ਸਤਿਗੁਰੂ ਕਹਿੰਦੇ ਸਿੱਖਿਆ ਧਾਰਨ ਕਰੋ, ਤੇ ਜਿਹੜਾ ਸਿੱਖਿਆ ਮੰਨ ਲੈਂਦਾ ਸੀ ਉਹਨੂੰ ਕਿਹਾ ਜਾਂਦਾ ਸੀ ਗੁਰੂ ਕਾ ਸਿੱਖ ਹੈ। ਤੇ ਮਰਿਆਦਾ ਇਹ ਸੀ, ਗੁਰਦੇਵ ਚਰਨ ਪੌਲ ਦੇ ਕੇ ਉਹਦੇ ਤਾਈਂ ਸਿੱਖਿਆ ਉਪਦੇਸ਼ ਦਿੰਦੇ ਸੀ। ਪਾਤਸ਼ਾਹ ਕਹਿਣ ਲੱਗੇ ਕਿ ਸਿੱਖੀ ਧਾਰਨ ਕਰੋ, ਜਿਹੜਾ ਉਪਦੇਸ਼ ਤੁਹਾਨੂੰ ਦੇਨੇ ਆ ਇਹ ਉਪਦੇਸ਼ ਆਪਣੇ ਹਿਰਦੇ 'ਚ ਵਸਾਓ, ਪਰਮੇਸ਼ਰ ਦਾ ਨਾਮ ਜਪੋ। ਬਾਹੁਰ ਨਾ ਗਿਰ ਹੈ ਤੁਮਰੇ ਧਾਮੋ। ਜੇ ਤੁਸੀਂ ਨਾਮ ਜਪੋਗੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਕਪਟ ਛਲ ਦੂਰ ਕਰਕੇ, ਤੇ ਫਿਰ ਕਦੇ ਵਾਸਤੇ ਤੁਹਾਡੇ ਘਰ ਡਿੱਗਣਗੇ ਨਹੀਂ, ਕਦੇ ਵੀ ਤੁਹਾਡੇ ਘਰ ਰੁੜਨਗੇ ਨਹੀਂ। ਜੋ ਤੁਮਕੋ ਨਹਿ ਅਸ ਪਤਿਆਰਾ। ਜੇ ਤੁਹਾਨੂੰ ਸਾਡੀ ਇਹ ਗੱਲ ਤੇ, ਸਾਡੇ ਇਹਨਾਂ ਬਚਨਾਂ ਤੇ, ਸਾਡੇ ਇਸ ਉਪਦੇਸ਼ ਤੇ ਨਹੀਂ ਭਰੋਸਾ, ਅਬ ਕੀ ਜਾਵੋ ਛੋੜ ਅਗਾਰਾ। ਫਿਰ ਤੁਸੀਂ ਇਸ ਵਾਰ ਆਪਣੇ ਘਰ ਛੱਡ ਕੇ ਚਲੇ ਜਾਓ ਜਿੱਥੇ ਤੁਸੀਂ ਜਾਣਾ ਹੈ। ਹਮ ਬੈਠੇ ਹੈ ਇਸ ਹੀ ਥਾਏ। ਅਸੀਂ ਇਸੇ ਥਾਂ ਤੇ ਬੈਠਾਂਗੇ। ਤੁਸੀਂ ਜਾਣਾ ਹੈ, ਜੇ ਹੁਣ ਨਹੀਂ ਤੁਸੀਂ ਇਹ ਬਚਨ ਮੰਨਦੇ ਜਾਂ ਭਰੋਸਾ ਨਹੀਂ, ਇੱਕ ਵਾਰ ਆਪਣੇ ਘਰ ਛੱਡ ਕੇ ਚਲੇ ਜਾਓ, ਅਸੀਂ ਇਸ ਜਗ੍ਹਾ ਹੀ ਬੈਠਾਂਗੇ। ਲੇਹੁ ਸਦਨ ਨਿਜ ਬਨੇ ਬਣਾਏ। ਆਪਣੇ ਜਿਹੜੇ ਘਰ ਨੇ ਉਹ ਬਣੇ ਬਣਾਏ ਇਸੇ ਤਰ੍ਹਾਂ ਹੀ ਆ ਕੇ ਦੇਖ ਲਿਓ, ਇਹ ਡਿੱਗਣਗੇ ਨਹੀਂ। ਤੇ ਇਹ ਗੱਲ ਤਾਂ ਆਪਾਂ ਬਾਣੀ 'ਚ ਵੀ ਪੜ੍ਹਦੇ ਆ ਨਾ, ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜੇ। ਉਹ ਥਾਂ ਤੇ ਸ਼ੋਭਨੀਕ ਹੋ ਜਾਂਦਾ ਹੈ, ਕਿਉਂਕਿ ਸਾਰਾ ਕੁਝ ਤੇ ਗੁਰੂ ਦੀ ਰਜਾ ਦੇ ਵਿੱਚ ਹੈ ਨਾ। ਗਾਵਨ ਤੁਧਨੋਂ ਪਾਉਣ ਪਾਣੀ ਬੈ ਸੰਤਰ। ਤੇ ਫਿਰ ਗੁਰੂ ਦੀ ਰਜਾ ਤੋਂ ਬਾਹਰ ਕਿਸ ਤਰ੍ਹਾਂ ਚੱਲ ਸਕਦੇ ਨੇ? ਮਹਾਰਾਜ ਕਹਿਣ ਲੱਗੇ ਇੱਥੇ ਅਸੀਂ ਬੈਠਾਂਗੇ, ਤੁਹਾਡੇ ਘਰ ਬਣੇ ਰਹਿਣਗੇ। ਤੇ ਸੱਚਮੁੱਚ ਜਿਨੇ ਗੁਰੂ ਨੂੰ ਆਪਣੇ ਹਿਰਦੇ ਘਰ 'ਚ ਬਿਠਾਇਆ ਹੈ, ਉਹ ਸਰੀਰ ਰੂਪੀ ਘਰ ਵੀ ਜਿਹੜੇ ਨੇ ਉਹ ਸ਼ੋਭਨੀਕ ਹੋ ਜਾਂਦੇ, ਉਹ ਸਦਾ ਵਾਸਤੇ ਹੀ ਵਸਦੇ ਰਹਿੰਦੇ ਨੇ। ਪਾਤਸ਼ਾਹ ਕਹਿਣ ਲੱਗੇ ਜਾਓ ਇਸ ਵਾਰ ਫਿਰ ਅਸੀਂ ਇੱਥੇ ਬੈਠਦੇ ਹਾਂ,
ਤੇ ਆ ਕੇ ਆਪਣੇ ਘਰ ਜਿਹੜੇ ਉਹ ਬਣੇ ਬਣਾਏ ਦੇਖ ਲਿਓ। ਬਹੁਰੇ ਆਏ ਲੀਜੈ ਉਪਦੇਸੂ। ਬਾਅਦ ਵਿੱਚ ਆ ਕੇ ਤੁਸੀਂ ਸਾਡਾ ਉਪਦੇਸ਼ ਲੈ ਲਿਓ, ਫਿਰ ਤੁਸੀਂ ਆ ਕੇ ਸਿੱਖੀ ਨੂੰ ਧਾਰਨ ਕਰ ਲਿਓ। ਅਸ ਕਹਿ ਬੈਸ ਰਹੇ ਜਗਤੇਸੂ। ਇਸ ਤਰ੍ਹਾਂ ਜਗਤ ਦੇ ਮਾਲਕ ਸਤਿਗੁਰੂ ਜੀ ਇਹ ਬਚਨ ਕਹਿ ਕੇ ਨਗਰ ਦੇ ਬਾਰ-ਬਾਰ ਹੀ ਸਤਿਗੁਰੂ ਬਿਰਾਜੇ ਹਨ। ਅਪਰਥਾਨ ਸੋ ਮਾਨਵ ਗਮਨੇ। ਜਿਹੜੇ ਇੱਥੋਂ ਦੇ ਰਹਿਣ ਵਾਲੇ ਵਸਨੀਕ ਸਨ ਉਹ ਆਪੋ ਆਪਣੇ ਘਰ ਛੱਡ ਕੇ ਤੇ ਹੋਰ ਕਿਸੇ ਜਗ੍ਹਾ ਤੇ ਚਲੇ ਗਏ ਨੇ। ਸਿੰਧ ਨਾ ਢਾਹੇ ਸਕਿਓ ਤਿਨ ਭਵਨੇ। ਪਰ ਹੁਣ ਸੰਗਤ ਜੀ ਜਿਹੜਾ 6 ਮਹੀਨੇ ਬਾਅਦ ਪਾਣੀ ਦੀਆਂ ਲਹਿਰਾਂ ਘਰਾਂ ਨੂੰ ਢਾਹ ਦਿੰਦੀਆਂ ਸਨ ਤੇ ਜਿੱਥੇ ਗੁਰਦੇਵ ਬਿਰਾਜਮਾਨ ਹੋਏ ਨੇ ਹੁਣ ਪਾਣੀ ਨੇ, ਲਹਿਰਾਂ ਨੇ, ਸਮੁੰਦਰ ਨੇ ਗੁਰੂ ਦੀ ਆਗਿਆ ਤੋਂ ਬਾਹਰ ਤੇ ਨਹੀਂ ਸਨ ਉਸਾਰੇ, ਮਹਾਰਾਜ ਦੀ ਆਗਿਆ ਵਿੱਚ ਹੀ ਰਹੇ ਹਨ। ਤੇ ਇਸ ਵਾਰ ਸਮੁੰਦਰ ਦੀਆਂ ਲਹਿਰਾਂ ਬਾਹਰ ਨਹੀਂ ਆਈਆਂ। ਇਹ ਜਿਹੜੇ ਸਮੁੰਦਰ ਦੀਆਂ ਲਹਿਰਾਂ ਘਰ ਢਾਉਂਦੀਆਂ ਸਨ ਇਸ ਵਾਰ ਉਸੇ ਤਰ੍ਹਾਂ ਘਰ ਰਹੇ ਹਨ। ਸਮਾਂ ਬਿਤਾਏ ਬਹੁਰ ਨਾਰੇ ਆਏ। ਇਹ ਲੋਕ ਜਿਹੜੇ ਛੱਡ ਕੇ ਗਏ ਸਨ ਨਗਰ, ਇਹਨਾਂ ਨੇ ਥੋੜਾ ਸਮਾਂ ਬਾਹਰ ਬਤੀਤ ਕੀਤਾ ਹੈ ਤੇ ਜਿਸ ਤਰ੍ਹਾਂ ਆਪਣੀ ਰੂਟੀਨ ਅਨੁਸਾਰ ਜਦੋਂ ਸਮਾਂ ਲੰਘ ਜਾਂਦਾ ਸੀ ਫਿਰ ਨਗਰ ਚ ਆਉਂਦੇ ਸਨ ਤੇ ਦੁਬਾਰਾ ਘਰ ਆਪਣੇ ਉਸਾਰਦੇ ਸਨ। ਇਸ ਵਾਰ ਸਮਾਂ ਬਤੀਤ ਕਰਕੇ ਜਦੋਂ ਵਾਪਸ ਆਏ ਹਨ ਸਦਨ ਬਿਲੋ ਕੇ ਬਨੇ ਬਣਾਏ। ਆਪਣੇ ਇਹਨਾਂ ਨੇ ਘਰ ਦੇਖੇ ਹਨ ਤੇ ਉਸੇ ਤਰ੍ਹਾਂ ਹੀ ਬਣੇ ਬਣਾਏ ਇਹ ਘਰ ਸਾਹਮਣੇ ਇਹਨਾਂ ਨੂੰ ਨਜ਼ਰੀ ਆਏ ਨੇ। ਦੇਖ ਕਰਕੇ ਤਾਂ ਮਨ ਜਿਹੜਾ ਸੀ ਉਹ ਹੈਰਾਨੀ ਵੀ ਆਉਂਦੀ ਸੀ ਤੇ ਸ਼ੁਕਰ ਵਿੱਚ ਭਰ ਗਏ ਕਿ ਸਾਡਾ ਇੰਨਾ ਵੱਡਾ ਨੁਕਸਾਨ ਹੋਣੋਂ ਬਚ ਗਿਆ। ਕਲਾਵਾਨ ਜਾਣੇ ਮਨ ਮਾਹੀ। ਆਪਣੇ ਮਨ ਵਿੱਚ ਜਾਣ ਗਏ ਕਿ ਪੂਰਨ ਪੁਰਖ ਹਨ ਸਤਿਗੁਰੂ ਜੀ, ਇਹ ਕਲਾਵਾਨ ਹਨ। ਸਿੱਖੀ ਲੈਨ ਹਿਰਦੈ ਤਬ ਚਾਹੀ। ਹਿਰਦੇ ਕਰਕੇ ਇਹਨਾਂ ਨੇ ਫਿਰ ਹੁਣ ਗੁਰੂ ਜੀ ਦਾ ਬਚਨ ਮੰਨਿਆ, ਮਨ ਕਰਕੇ ਗੁਰੂ ਜੀ ਦੇ ਸਿੱਖ ਬਣਨ ਲੱਗੇ ਨੇ। ਮਿਲ ਕਰ ਸਬਨ ਉਪਾਇਨ ਲੀਨੀ। ਸਾਰਿਆਂ ਨੇ ਮਿਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਨ ਵਾਸਤੇ ਭੇਟਾਵਾਂ ਲਈਆਂ ਨੇ। ਆਏ ਗੁਰੂ ਕੋ ਬੰਧਨ ਕੀਨੀ। ਸਾਰੇ ਚੱਲ ਕੇ ਆਏ ਨੇ ਤੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਪਾਹੁਲ ਪਗ ਕੀ ਲੀਨੀ ਤਬ ਹੀ। ਇਹਨਾਂ ਨੇ ਹੁਣ ਮਨ ਕਰਕੇ ਹਿਰਦੇ ਕਰਕੇ ਸਿੱਖ ਬਣੇ ਨੇ, ਜਾਣ ਗਏ ਹਨ ਕਿ ਜਿਹੜੇ ਗੁਰੂ ਜੀ ਨੇ ਬਚਨ ਕੀਤੇ ਨੇ ਉਹ ਸੱਚ ਨੇ ਤੇ ਜੇ ਆਪਾਂ ਸਿਮਰਨ ਕਰਾਂਗੇ ਤੇ ਸਾਡੀ ਲੋਕ 'ਚ ਵੀ ਪਰਲੋਕ 'ਚ ਵੀ ਰੱਖਿਆ ਗੁਰੂ ਆਪ ਕਰਨਗੇ। ਸਤਿਗੁਰਾਂ ਦਾ ਬਚਨ ਮੰਨਿਆ, ਮਨ ਕਰਕੇ ਸਿੱਖ ਬਣੇ ਹਨ। ਇੱਕ ਤਾਂ ਹੁੰਦਾ ਹੈ ਦੇਖਾ ਦੇਖੀ ਦੀ ਸਿੱਖੀ, ਇੱਕ ਹੁੰਦੀ ਹੈ ਕਿ ਕੇਵਲ ਲੋਕ ਦਿਖਾਵੇ ਦੀ ਸਿੱਖੀ ਤੇ ਇੱਕ ਦਿਲੋਂ ਧਾਰਨ ਕਰਨਾ ਸਿੱਖੀ ਨੂੰ। ਇਹਨਾਂ ਨੇ ਹੁਣ ਗੁਰੂ ਜੀ ਦੀ ਕਲਾ ਨੂੰ ਜਾਣ ਕੇ ਇਹ ਜਿਹੜੀ ਸਿੱਖੀ ਸੀ ਮਨੋਂ ਧਾਰਨ ਕੀਤੀ ਹੈ। ਨਿਕਟ ਸਿੰਧ ਕੈ ਗ੍ਰਾਮ ਜੇ ਸਭ ਹੀ। ਜਿਹੜੇ ਸਮੁੰਦਰ ਦੇ ਕੰਢੇ ਤੇ ਘਰ ਬਣੇ ਸਨ ਸਾਰੇ ਹੀ ਧਰਮਸ਼ਾਲਾ ਸਿੱਖੀ ਪ੍ਰਗਟਾਨੀ। ਇਹਨਾਂ ਨੇ ਫਿਰ ਉਸ ਨਗਰ ਦੇ ਵਿੱਚ ਇੱਕ ਸੋਹਣੀ ਧਰਮਸ਼ਾਲਾ ਰਚੀ ਹੈ ਤੇ ਇਸ ਤਰ੍ਹਾਂ ਸਿੱਖੀ ਜਿਹੜੀ ਸੀ ਉੱਥੇ ਪ੍ਰਗਟ ਕੀਤੀ ਹੈ ਗੁਰੂ ਜੀ ਨੇ। ਨਾਮਦਾਨ ਜਪ ਪੇ ਇਸ਼ਨਾਨੀ। ਇਹ ਨਾਮ ਜਪਣ ਵਾਲੇ, ਦਾਨ ਕਰਨ ਵਾਲੇ ਇਸ਼ਨਾਨੀ ਸਿੱਖ ਹੋਏ ਹਨ ਕਿਉਂਕਿ ਗੁਰੂ ਜੀ ਜਦੋਂ ਸਿੱਖਿਆ ਦਿੰਦੇ ਇਹ ਸਿੱਖਿਆ ਧਾਰਨ ਕਰਵਾਉਂਦੇ ਸਨ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮ ਜਪਣਾ, ਦਸਾਂ ਨੋਹਾਂ ਦੀ ਕਿਰਤ ਕਰਕੇ ਤੇ ਉਹਦੇ ਵਿੱਚੋਂ ਜਿਹੜਾ ਦਸਵੰਧ ਹੈ ਲੋੜਵੰਦ ਦੇ ਤਾਈਂ ਕੱਢਣਾ ਹੈ। ਸਤਿਗੁਰ ਕੇ ਸਿਮਰਨ ਮਹਿ ਲਾਗੇ। ਇਹ ਸਾਰੇ ਨਗਰ ਵਾਲੇ ਜੋ ਗੁਰੂ ਜੀ ਨੇ ਨਾਮ ਜਪਾਇਆ ਸੀ ਸਿਮਰਨ ਵਿੱਚ ਜੁੜ ਗਏ। ਭਗਤ ਭਾਉ ਮੈਂ ਮਨ ਅਨੁਰਾਗੇ। ਇਹਨਾਂ ਦਾ ਮਨ ਜਿਹੜਾ ਸੀ ਪ੍ਰੇਮਾ ਭਗਤੀ ਦੇ ਵਿੱਚ ਪ੍ਰੇਮੀ ਬਣ ਗਿਆ। ਕਿਤਕ ਦਿਵਸ ਰਹਿ ਦੀ ਉਪਦੇਸਾ। ਕੁਝ ਕੁ ਦਿਨ ਸਤਿਗੁਰੂ ਇਹ ਨਗਰ 'ਚ ਰਹਿ ਕੇ ਮਹਾਰਾਜ ਜੀਆਂ ਨੇ ਇਹਨਾਂ ਨੂੰ ਉਪਦੇਸ਼ ਦ੍ਰਿੜ ਕਰਵਾਇਆ ਹੈ। ਵਿਦਾ ਹੋਏ ਗਮਨੇ ਜਗਤੇਸਾ। ਜਗਤ ਦੇ ਮਾਲਕ ਸਤਿਗੁਰੂ ਜੀ ਇੱਥੋਂ ਹੁਣ ਵਿਦਾ ਹੋਏ ਹਨ। ਨਗਰ ਤੋਂ ਸਤਿਗੁਰੂ ਅੱਗੇ ਚੱਲੇ ਨੇ। ਹਾਰੂਪੁਰ ਇੱਕ ਟਾਪੂ ਮਾਹੀ। ਸੰਗਤ ਜੀ ਹੁਣ ਜਿੱਥੇ ਮਹਾਰਾਜ ਸਮੁੰਦਰ ਦੇ ਕੰਢੇ ਤੇ ਨਗਰ ਵਸਿਆ ਸੀ ਤੇ ਗੁਰੂ ਜੀ ਦੇ ਮੁਬਾਰਕ ਚਰਨ ਪੈਣ ਦੇ ਨਾਲ ਜਿਹੜਾ ਛਮਾਹੀ ਪਾਣੀ ਦੀਆਂ ਲਹਿਰਾਂ ਆਉਂਦੀਆਂ ਸਨ ਤੇ ਨਗਰ ਢਾਹ ਦਿੰਦੀਆਂ ਸਨ, ਪਰ ਅੱਜ ਐਸੀ ਗੁਰਦੇਵ ਨੇ ਕਿਰਪਾ ਕੀਤੀ ਹੈ ਮੁਬਾਰਕ ਚਰਨ ਪੈਣ ਦੇ ਨਾਲ ਇਹ ਨਗਰ ਜਿਹੜਾ ਸੀ ਸੋਹਣਾ ਫਿਰ ਸਦਾ ਹੀ ਵਸਦਾ ਰਿਹਾ। ਇਸ ਸਮੁੰਦਰ ਦੇ ਵਿੱਚ ਇੱਕ ਟਾਪੂ ਸੀ, ਉਹ ਟਾਪੂ ਦਾ ਨਾਮ ਹੈ ਹਾਰੂਪੁਰ। ਤਹਾਂ ਚਲਨ ਕੀ ਪੀ ਮਨ ਚਾਹੀ। ਜਿਹੜਾ ਸਮੁੰਦਰ ਵਿੱਚ ਟਾਪੂ ਬਣਿਆ ਸੀ ਨਾ ਉਹ ਟਾਪੂ ਉੱਤੇ ਜਾਣ ਦੀ ਸਤਿਗੁਰਾਂ ਨੇ ਇੱਛਾ ਕੀਤੀ ਹੈ। ਮਰਦਾਨੇ ਸੂ ਬੋਲੇ ਤਬ ਹੀ। ਭਾਈ ਮਰਦਾਨਾ ਦੇ ਤਾਈਂ ਸਤਿਗੁਰੂ ਕਹਿਣ ਲੱਗੇ ਵਾਹਿਗੁਰੂ ਜਪ ਆਵੋ ਸਭ ਹੀ। ਹੁਣ ਸਤਿਗੁਰੂ ਕਹਿੰਦੇ ਮਰਦਾਨਿਆ ਤੂੰ ਆਪਣੇ ਮੁਖ ਦੇ ਵਿੱਚ ਵਾਹਿਗੁਰੂ 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 ਜਪਦਾ ਹੋਇਆ ਸਾਡੇ ਪਿੱਛੇ ਤੁਰਦਾ ਆਵੀਂ। ਹੁਣ
ਇਹ ਪ੍ਰਸੰਗ ਨੂੰ ਧਿਆਨ ਨਾਲ ਸੁਣਨਾ ਹੈ ਆਪਾਂ ਤੇ ਵਿਚਾਰਨਾ ਹੈ। ਇੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ, ਕਿਉਂਕਿ ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਨਾ, ਮਾਨੋ ਕਿ ਸ਼ਬਦ ਤੇ ਸੁਰਤ ਦਾ ਮੇਲ ਸੀ। ਸ਼ਬਦ ਸਤਿਗੁਰੂ ਆਪ ਹਨ ਤੇ ਸੁਰਤ ਹੈ ਭਾਈ ਮਰਦਾਨਾ ਜੀ। ਜਿੰਨਾ ਚਿਰ ਇਹ ਦਰਸਾਇਆ ਸੀ ਸਾਨੂੰ ਕਿ ਸੁਰਤ ਸ਼ਬਦ ਵਿੱਚ ਜੁੜੀ ਰਹੇਗੀ, ਉਹਨਾਂ ਚਿਰ ਆਨੰਦ ਮਾਣੇਗੀ। ਜਦੋਂ ਸ਼ਬਦ ਤੋਂ ਬਾਹਰ ਜਾਵੇਗੀ ਉਦੋਂ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਇਹ ਗੁਰਦੇਵ ਨੇ ਦਰਸਾਇਆ। ਭਾਈ ਮਰਦਾਨੇ ਨੂੰ ਸਤਿਗੁਰੂ ਕਹਿੰਦੇ, ਮਰਦਾਨਿਆਂ ਉਹ ਟਾਪੂ ਉੱਤੇ ਅਸੀਂ ਜਾਣਾ ਹੈ। ਤੇ ਉਸ ਵੇਲੇ ਤਾਂ ਉੱਥੇ ਨਾ ਕੋਈ ਬੇੜੀ ਦਾ ਨਾ ਕੋਈ ਜਹਾਜ਼ ਦਾ ਪ੍ਰਬੰਧ, ਪਰ ਸਤਿਗੁਰੂ ਤਾਂ ਮਹਾਰਾਜ ਤਾਂ ਸਭ ਕੁਝ ਕਰਨ ਕਰਾਵਣਹਾਰ ਸੁਆਮੀ ਹਨ। ਗੁਰਦੇਵ ਕਹਿੰਦੇ, ਭਾਈ ਮਰਦਾਨੇ ਨੂੰ ਤੂੰ ਵਾਹਿਗੁਰੂ ਜਪਦਾ ਸਾਡੇ ਪਿੱਛੇ ਤੁਰਦਾ ਆਵੀਂ। ਊਪਰ ਸਾਗਰ ਕੇਰ ਕਿਰਪਾਲਾ, ਕਿਰਪਾ ਦੇ ਘਰ ਸਤਿਗੁਰੂ ਸਮੁੰਦਰ ਦੇ ਉੱਤੇ ਜਾ ਰਹੇ ਹਨ। ਹਮ ਕੋ ਲੈ ਗਮਨੇ ਤਤਕਾਲਾ। ਭਾਈ ਬਾਲਾ ਜੀ ਕਹਿੰਦੇ, ਇੱਕ ਪਾਸੇ ਮੈਂ ਸੀ, ਇੱਕ ਪਾਸੇ ਭਾਈ ਮਰਦਾਨਾ ਸੀ। ਅਸੀਂ ਵੀ ਸਤਿਗੁਰੂ ਜੀ ਦੇ ਪਿੱਛੇ ਚੱਲਣ ਲੱਗੇ। ਗੁਰੂ ਕਰੈ ਸੋਹੰ ਕੋ ਜਾਪੂ। ਤੇ ਸਤਿਗੁਰਾਂ ਨੇ ਸਾਨੂੰ ਕਿਹਾ ਕਿ ਤੁਸੀਂ ਵਾਹਿਗੁਰੂ 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 ਜਪਦੇ ਆਇਓ ਤੇ ਇਹ ਸਮੁੰਦਰ ਨੂੰ ਤਰੋਗੇ। ਤੇ ਗੁਰਦੇਵ ਆਪ ਆਪਣੇ ਮੁਖਾਰ ਬੈਨ ਤੋਂ ਜਪ ਰਹੇ ਸਨ ਸੋਹੰ। ਇਹ ਹੁਣ ਗੁਰੂ ਕੀ ਗੁਰੂ ਜਾਣਦਾ ਹੈ। ਸੋਹੰ ਦਾ ਭਾਵ ਤਾਂ ਇਹੋ ਹੀ ਹੁੰਦਾ ਹੈ ਕਿ ਉਹ ਹੰ, ਉਹ ਪਰਮਾਤਮਾ ਮੈਂ ਹਾਂ। ਪਰ ਗੁਰੂ ਸਾਹਿਬ ਨੇ ਇਹ ਉਪਦੇਸ਼ ਕਿਸੇ ਹੋਰ ਨੂੰ ਨਹੀਂ ਦਿੱਤਾ ਕਿ ਤੁਸੀਂ ਇਹ ਜਾਪ ਕਰੋ। ਸਾਡੀ ਕਲਿਆਣ ਵਾਸਤੇ, ਸਾਡੇ ਉਧਾਰ ਲਈ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਹੈ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਤੀ ਜਨ ਇੱਕ ਬਾਰ ਸ੍ਰੀ ਵਾਹਿਗੁਰੂ ਕਹਿਓ। ਪਰ ਗੁਰਦੇਵ ਦੀ ਹੁਣ ਆਪਣੀ ਮੌਜ ਹੈ। ਮਹਾਰਾਜ ਆਪਣੇ ਮੁਖਾਰ ਬੈਨ ਤੋਂ ਮੁਖ ਤੋਂ ਸੋਹੰ ਜਪ ਰਹੇ ਸਨ। ਚੱਲੇ ਜਾਤ ਕਿਵ ਛੁਬੈ ਨਾ ਆਪੂ। ਮਹਾਰਾਜ ਅੱਗੇ ਅੱਗੇ ਚੱਲਦੇ ਜਾ ਰਹੇ ਨੇ ਸਮੁੰਦਰ ਤੇ ਕਿਸੇ ਤਰ੍ਹਾਂ ਵੀ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ, ਸਮੁੰਦਰ ਦਾ ਪਾਣੀ ਚਰਨਾਂ ਨੂੰ ਨਹੀਂ ਸੀ ਛੂ ਰਿਹਾ। ਸਾਗਰ ਵਿੱਚ ਪਹੁੰਚੇ ਜਬ ਹੀ, ਜਦੋਂ ਸਮੁੰਦਰ ਦੇ ਵਿਚਕਾਰ ਪਹੁੰਚ ਗਏ ਹਨ। ਜਾਪ ਵਾਹਿਗੁਰੂ ਤਜ ਕਰ ਤਬ ਹੀ। ਕਹਿੰਦੇ ਭਾਈ ਮਰਦਾਨੇ ਨੇ ਨਾ ਅੱਗੇ ਹੋ ਕੇ ਸੁਣਿਆ ਹੈ ਤੇ ਆਵਾਜ਼ ਆਈ ਗੁਰੂ ਜੀ ਦੇ ਮੁਖ ਤੋਂ ਸੋਹੰਗ ਦੀ। ਪਰ ਸਾਨੂੰ ਉਪਦੇਸ਼ ਦਿੱਤਾ ਸੀ ਤੁਸੀਂ ਵਾਹਿਗੁਰੂ ਜਪਣਾ ਹੈ। ਕਹਿੰਦੇ ਜਦੋਂ ਆਪਾਂ ਵਾਹਿਗੁਰੂ ਜਪਦੇ ਗਏ ਤੇ ਗੁਰੂ ਜੀ ਦੇ ਪਿੱਛੇ ਤੁਰਦੇ ਗਏ। ਪਰ ਜਦੋਂ ਸਮੁੰਦਰ ਦੇ ਵਿੱਚ ਘਰ ਪਹੁੰਚੇ ਨਾ ਤੇ ਭਾਈ ਮਰਦਾਨੇ ਨੇ ਗੁਰੂ ਜੀ ਦੇ ਮੁਖ ਤੋਂ ਸੋਹੰ ਸੁਣਿਆ ਤੇ ਵਾਹਿਗੁਰੂ ਜਾਪ ਛੱਡ ਕੇ ਸੋਹੰ ਕਰਨ ਲਗਾ ਮਰਦਾਨਾ। ਕਹਿੰਦੇ ਭਾਈ ਮਰਦਾਨੇ ਨੇ ਦੇਖਿਆ, ਉਹ ਗਿਆਨੀ ਸਨ ਜੀ, ਜਿਨ੍ਹਾਂ ਨੇ ਲੰਮਾ ਸਮਾਂ ਗੁਰੂ ਜੀ ਦੀ ਸੰਗਤ ਦਾ ਆਨੰਦ ਮਾਣਿਆ। ਇਹ ਸਿੱਖਿਆ ਕੇਵਲ ਸਾਡੇ ਵਾਸਤੇ ਹੈ। ਕਹਿੰਦੇ ਜਦੋਂ ਪਾਤਸ਼ਾਹ ਦੇ ਮੁਖੋਂ ਸੋਹੰ ਸੁਣ ਕੇ ਭਾਈ ਮਰਦਾਨਾ ਵਾਹਿਗੁਰੂ ਜਾਪ ਛੱਡ ਕੇ ਸੋਹੰ ਜਪਣ ਲੱਗੇ। ਸ੍ਰੀ ਗੁਰ ਸਮਤਾ ਚਹਿਤ ਇਆਨਾ। ਚਾਹੁੰਦੇ ਸਨ ਕਿ ਮੈਂ ਗੁਰੂ ਦੀ ਬਰਾਬਰੀ ਕਰ ਸਕਾਂ, ਪਰ ਭਾਈ ਮਰਦਾਨਾ ਜੀ ਇਸ ਤਰ੍ਹਾਂ ਨਹੀਂ ਕਰਦੇ। ਮੈਂ ਫੇਰ ਬੇਨਤੀ ਕਰ ਰਿਹਾ ਕਿ ਇਹ ਸਿੱਖਿਆ ਸਾਡੇ ਲਈ, ਕਿ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਕਈ ਵਾਰੀ ਅਣਜਾਣ ਪੁਣੇ ਦੇ ਵਿੱਚ ਕਈ ਗੁਰੂ ਦੀ ਬਰਾਬਰੀ ਕਰਨ ਲੱਗ ਪੈਂਦੇ ਨੇ ਜੀ। ਗੁਰਾਂ ਨੇ ਇਸ ਤਰ੍ਹਾਂ ਕੀਤਾ। ਕਈ ਵਾਰੀ ਉਪਦੇਸ਼ ਸਾਨੂੰ ਜਿਹੜਾ ਦਿੱਤਾ ਹੈ ਉਹ ਅਸੀਂ ਕਮਾਉਂਦੇ ਨਹੀਂ, ਪਰ ਬਰਾਬਰੀ ਗੁਰੂ ਦੀ ਕਰਕੇ ਦੱਸਦੇ ਹਾਂ ਕਿ ਗੁਰੂ ਸਾਹਿਬ ਨੇ ਇਸ ਤਰ੍ਹਾਂ ਕੀਤਾ ਸੀ, ਅਸੀਂ ਵੀ ਇਸ ਤਰ੍ਹਾਂ ਕਰ ਰਹੇ ਹਾਂ। ਉਹਨਾਂ ਨੇ ਵੀ ਸੁੱਤਿਆਂ ਨੂੰ ਜਗਾਇਆ, ਉਹਨਾਂ ਨੇ ਸਿੱਧੇ ਰਸਤੇ ਪਾਇਆ। ਅਸੀਂ ਵੀ ਪੁਰਾਣੀ ਰੀਤੀ ਤਿਆਗ ਕੇ ਆਪਣੀ ਨਵੀਂ ਤੋਰ ਲਈ ਹੈ, ਨਵੀਂ ਮਰਿਆਦਾ ਬਣਾਈ ਹੈ। ਕਿਉਂਕਿ ਗੁਰੂ ਸਾਹਿਬ ਨੇ ਕਿਹੜਾ ਪਿਛਲੀ ਰੀਤ ਨੂੰ ਧਾਰਨ ਕੀਤਾ ਹੈ। ਉਹਨਾਂ ਨੇ ਇੱਕ ਨਵੀਂ ਰੀਤ, ਨਵੀਂ ਸਿੱਖਿਆ ਦਿੱਤੀ। ਹੁਣ ਆਪਾਂ ਨਵੀਂ ਸਵੇਰ ਲੈ ਕੇ ਆਏ ਹਾਂ, ਨਵੀਂ ਸਿੱਖਿਆ ਸੁਣਾਵਾਂਗੇ। ਇਹ ਤਾਂ ਸਿੱਧਾ ਸਾਦਾ ਦਾ ਅਰਥ ਹੋਇਆ ਕਿ ਗੁਰੂ ਦੀ ਆਪਾਂ ਬਰਾਬਰੀ ਕਰ ਰਹੇ। ਜੋ ਗੁਰੂ ਨੇ ਉਪਦੇਸ਼ ਦਿੱਤਾ ਉਹ ਕਮਾ ਨਹੀਂ ਰਹੇ। ਜੋ ਇਤਿਹਾਸ ਵਿੱਚੋਂ ਸਾਨੂੰ ਉਪਦੇਸ਼ ਮਿਲ ਰਿਹਾ, ਨਾ ਸੁਣਨ ਨੂੰ ਤਿਆਰ ਨਾ ਮੰਨਣ ਨੂੰ ਤਿਆਰ। ਆਪਣੀ ਬੁੱਧੀ ਨੂੰ ਵੱਡਾ ਕਰਕੇ ਦੱਸਣਾ ਕਿ ਮੇਰੀ ਗੱਲ ਜਿਹੜੀ ਨਵੀਂ ਲੈ ਕੇ ਆਉਂਦੀ ਹੈ ਉਹ ਸੁਣੋ। ਹੁਣ ਇੱਥੇ ਕਹਿੰਦੇ ਭਾਈ ਮਰਦਾਨਾ ਜਦੋਂ ਵਾਹਿਗੁਰੂ ਛੱਡ ਕੇ ਸੋਹੰ ਜਪਣ ਲੱਗੇ ਹਨ, ਉਸ ਵਕਤ ਬੂਢਣ ਲਗਾ ਸਿੰਧ ਕੀ ਮਾਹੀ। ਜਿੰਨਾ ਚਿਰ ਵਾਹਿਗੁਰੂ ਜਪਿਆ ਤੁਰਦੇ ਗਏ। ਜਦੋਂ ਵਾਹਿਗੁਰੂ ਗੁਰਮੰਤਰ ਛੱਡ ਕੇ ਸੋਹੰ ਜਪਿਆ ਤੇ ਸਮੁੰਦਰ ਵਿੱਚ ਡੁੱਬਣ ਲੱਗੇ। ਤੇ ਡੁੱਬਦਾ ਵੀ ਉਹੀ ਹੈ ਜਿਹੜਾ ਗੁਰੂ ਦੀ ਬਰਾਬਰੀ ਕਰਨ ਦਾ ਯਤਨ ਕਰਦਾ ਹੈ। ਕਿਉਂਕਿ ਭਾਈ ਮਰਦਾਨਾ ਜੀ ਮਹਾਨ ਨੇ, ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ। ਫਿਰ ਇਹ ਸਾਡੇ ਲਈ ਸਿੱਖਿਆ ਸੀ ਕਿ ਜਦੋਂ ਆਪਾਂ ਬਰਾਬਰੀ ਕਰਨ ਦਾ ਯਤਨ ਕਰਾਂਗੇ ਨਾ ਤੇ ਫਿਰ ਸੰਸਾਰ ਸਾਗਰ 'ਚੋਂ ਡੁੱਬਾਂਗੇ। ਸਾਹਮਣੇ ਹਨ ਉਹ ਲੋਕ ਜਿਨ੍ਹਾਂ ਨੇ ਯਤਨ ਕੀਤਾ ਗੁਰੂ ਦੀ ਬਰਾਬਰੀ ਕਰਨ ਦਾ। ਉਹ ਅੱਜ ਸੰਸਾਰ ਸਮੁੰਦਰ ਵਿੱਚ ਡੁੱਬਦੇ ਦੇਖੇ ਜਾ ਰਹੇ। ਸਾਹਮਣੇ ਹੀ ਹਨ ਕਿ ਜਿਨ੍ਹਾਂ ਦਾ ਜਦੋਂ ਮਾਲਕ ਦਾ ਜਸ ਗਾਉਂਦੇ ਸਨ ਤੇ ਉਹਨਾਂ ਨੂੰ ਸੰਗਤਾਂ ਰੱਬ ਵਾਂਗੂ ਪੂਜ ਰਹੀਆਂ ਸਨ, ਹਰ
ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਪਰ ਜਦੋਂ ਯਤਨ ਕੀਤਾ ਕਿ ਆਪਾਂ ਵੀ ਗੁਰੂ ਦੀ ਬਰਾਬਰੀ ਕਰਕੇ ਕੋਈ ਨਵੀਂ ਰੀਤ ਚਲਾ ਲਈਏ ਤੇ ਫਿਰ ਹੁਣ ਡੁੱਬਦੇ ਹੀ ਦੇਖੀਦੇ ਨੇ ਨਾ। ਤੇ ਸਾਹਮਣੇ ਹੀ ਹੈ, ਇਹਨਾਂ ਦਾ ਸਮਾਂ ਬਹੁਤਾ ਨਹੀਂ। ਇਹ ਥੋੜੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਡੁੱਬ ਜਾਣਗੇ ਤੇ ਇਹ ਕਿਤੇ ਨਜ਼ਰੀ ਵੀ ਨਹੀਂ ਪੈਣੇ। ਕਿਉਂਕਿ ਥੋੜਾ ਸਮਾਂ ਪਹਿਲਾਂ ਜਿਨ੍ਹਾਂ ਨੇ ਯਤਨ ਕੀਤਾ ਸੀ ਬਰਾਬਰੀ ਕਰਨ ਦਾ, ਉਦੋਂ ਲਹਿਰ ਤਾਂ ਬਹੁਤ ਚੱਲੀ ਸੀ, ਪਰ ਅੱਜ ਉਹ ਕਿਤੇ ਨਜ਼ਰ ਨਹੀਂ ਆਉਂਦੇ, ਅੱਜ ਉਹ ਕਿਤੇ ਵੀ ਨਹੀਂ ਦਿਸਦੇ, ਕਿਉਂਕਿ ਉਹ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ। ਤੇ ਡੁੱਬ ਇਹਨਾਂ ਨੇ ਵੀ ਜਾਣਾ, ਬਹੁਤਾ ਸਮਾਂ ਨਹੀਂ ਤਰੇਗਾ ਉਹ ਜਿਹੜਾ ਗੁਰੂ ਦੀ ਦਿੱਤੀ ਸਿੱਖਿਆ ਨੂੰ ਕਮਾਵੇਗਾ, ਨਾ ਕਿ ਗੁਰੂ ਦੀ ਬਰਾਬਰੀ ਕਰਨ ਦਾ ਯਤਨ ਕਰੇ। ਕਹਿੰਦੇ ਜਦੋਂ ਵਾਹਿਗੁਰੂ ਛੱਡ ਕੇ ਸੋਹੰ ਜਪਿਆ ਤੇ ਪਾਣੀ ਦੇ ਵਿੱਚ ਡੁੱਬਣ ਲੱਗੇ ਹਨ। ਬਹੁ ਡੁਬਕੀ ਲੀਨੀ ਜਬ ਤਾਹੀ। ਜਦੋਂ ਭਾਈ ਮਰਦਾਨੇ ਨੂੰ ਬਹੁਤੀਆਂ ਡੁਬਕੀਆਂ ਆਈਆਂ ਨੇ, ਬਹੁਤੇ ਗੋਤੇ ਆਉਣ ਲੱਗੇ ਹਨ। ਦੋਹਰਾ ਗਰੀਬ ਫੇਰ ਸ੍ਰੀ ਗੁਰ ਪਿਖਾ ਭੀਗ ਗਏ ਜੇ ਚੀਰ। ਇਹਨੇ ਚਿਰ ਵਿੱਚ ਸਤਿਗੁਰਾਂ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਨਾ, ਕੀ ਦੇਖਦੇ ਨੇ ਕਿ ਭਾਈ ਮਰਦਾਨੇ ਨੂੰ ਗੋਤੇ ਆ ਰਹੇ ਤੇ ਸਾਰੇ ਇਹਨਾਂ ਦੇ ਬਸਤਰ ਜਿਹੜੇ ਸੀ ਉਹ ਪਾਣੀ ਵਿੱਚ ਭਿੱਜ ਗਏ ਹਨ। ਬੂਡਤ ਤੇ ਕੋ ਜਾਣ ਕੈ ਬੋਲੀ ਗੁਣੀ ਗਹੀਰ। ਗੁਣਾਂ ਦੇ ਸਾਗਰ ਸਤਿਗੁਰੂ ਜੀ ਨੇ ਦੇਖਿਆ ਕਿ ਮਰਦਾਨਾ ਡੁੱਬਦਾ ਪਿਆ ਹੈ। ਇਹਨੂੰ ਡੁੱਬਦੇ ਨੂੰ ਦੇਖ ਕੇ ਗੁਣਾਂ ਦੇ ਸਾਗਰ ਕਹਿਣ ਲੱਗੇ ਹਨ। ਸ੍ਰੀ ਮੁਖ ਵਾਕ ਸ਼੍ਰੋਮਣੀ ਮੁਖ ਦੇ ਬਚਨ ਹਨ ਸਤਿਗੁਰਾਂ ਦੇ। ਇਹ ਤੁਕਾਂ ਗੁਰੂ ਜੀ ਨੇ ਪੜੀਆਂ ਹਨ। ਗੁਰ ਕਹਿਆ ਸਾਕਾਰ ਕਮਾਵੋ। ਸਤਿਗੁਰੂ ਜੀ ਕਹਿੰਦੇ ਹਨ ਕਿ ਸਿੱਖ ਨੂੰ ਹਮੇਸ਼ਾ ਚਾਹੀਦਾ ਹੈ ਗੁਰ ਕਹਿਆ ਸਾਕਾਰ ਕਮਾਵੋ। ਜਿਹੜੀ ਕਾਰ ਗੁਰੂ ਨੇ ਸਾਨੂੰ ਦਿੱਤੀ ਹੈ ਨਾ, ਸਾਨੂੰ ਉਹਦੀ ਕਮਾਈ ਕਰਨੀ ਚਾਹੀਦੀ। ਸਾਨੂੰ ਗੁਰੂ ਜੀ ਨੇ ਅੰਮ੍ਰਿਤ ਵੇਲੇ ਉੱਠਣ ਦਾ ਉਪਦੇਸ਼ ਦਿੱਤਾ, ਸਿਮਰਨ ਕਰਨ ਦਾ ਉਪਦੇਸ਼ ਦਿੱਤਾ, ਦਸਾਂ ਨੋਹਾਂ ਦੀ ਕਿਰਤ ਦਾ ਉਪਦੇਸ਼ ਦਿੱਤਾ ਹੈ। ਸੋ ਕਿਸੇ ਗਰੀਬ ਨੂੰ ਦੇਖ ਕੇ, ਲੋੜਵੰਦ ਨੂੰ ਦੇਖ ਕੇ ਉੱਤੇ ਦਇਆ ਤਰਸ ਕਰਨੀ ਹੈ, ਉਪਦੇਸ਼ ਦਿੱਤਾ ਹੈ। ਪਰ ਗੁਰਦੇਵ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ। ਸਿੱਖ ਨੂੰ ਹਮੇਸ਼ਾ ਚਾਹੀਦਾ ਹੈ। ਤੇ ਕੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਉਹ ਆਪਾਂ ਸਾਰੇ ਇਤਿਹਾਸ ਚੋਂ ਵੀ ਸਰਵਣ ਕਰਦੇ ਹਾਂ ਤੇ ਬਾਣੀ ਚੋਂ ਵੀ ਸਰਵਣ ਕਰਦੇ ਹਾਂ। ਗੁਰ ਕਹਿਆ ਸਾਕਾਰ ਕਮਾਵੋ। ਸਿੱਖ ਹਮੇਸ਼ਾ ਗੁਰੂ ਦੇ ਕਹਿਣੇ ਦੇ ਉੱਤੇ ਚੱਲੇ ਤੇ ਉਹਦੀ ਕਮਾਈ ਕਰੇ। ਗੁਰ ਕੀ ਕਰਨੀ ਕਾਹੇ ਧਾਵੋ। ਗੁਰਦੇਵ ਮੁਸਕਰਾ ਕੇ ਕਹਿੰਦੇ ਨੇ ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀ ਬਰਾਬਰੀ ਕਰਨ ਦਾ ਯਤਨ ਕਿਉਂ ਕਰਦੇ ਹੋ? ਇੱਥੇ ਗੱਲ ਇਹ ਨਹੀਂ ਸੀ ਕਿ ਭਾਈ ਮਰਦਾਨਾ ਡੁੱਬੇ ਤੇ ਅਸੀਂ ਹੱਸ ਕੇ ਘਰ ਨੂੰ ਚਲੇ ਜਾਈਏ ਕਿ ਉਹਨਾਂ ਸੋਹੰਗ ਜਪਿਆ ਤੇ ਡੁੱਬ ਗਏ। ਇਹ ਸਿੱਖਿਆ ਬਹੁਤ ਵੱਡੀ ਹਿਰਦੇ ਵਿੱਚ ਧਾਰਨ ਵਾਲੀ ਸੀ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਕਦੇ ਗੁਰੂ ਦੀ ਬਰਾਬਰੀ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਜੋ ਸਿੱਖਿਆ ਗੁਰੂ ਨੇ ਦਿੱਤੀ ਹੈ ਹਮੇਸ਼ਾ ਉਹਨੂੰ ਕਮਾਉਣਾ ਚਾਹੀਦਾ ਹੈ। ਚਾਉ ਪਈ ਸੁਨ ਸਮਝਿਓ ਪੁਨ ਮਨ ਮਰਦਾਨਾ। ਇਹ ਬਚਨ ਸੁਣ ਕੇ ਭਾਈ ਮਰਦਾਨਾ ਮਨ ਵਿੱਚ ਸਮਝ ਗਏ। ਵਾਹਿਗੁਰੂ ਕੋ ਜਾਪ ਬਖਾਨਾ। ਫਿਰ ਭਾਈ ਮਰਦਾਨਾ ਜੀ ਵਾਹਿਗੁਰੂ 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 ਜਪਣ ਲੱਗੇ ਨੇ। ਅਗਰਜ ਹੀ ਸਮ ਚਲਤਾ ਭਇਓ। ਕਹਿੰਦੇ ਜਦੋਂ ਇਹ ਬਚਨ ਮੰਨ ਕੇ ਭਾਈ ਮਰਦਾਨੇ ਨੇ ਵਾਹਿਗੁਰੂ ਜਪਿਆ ਤੇ ਪਹਿਲਾਂ ਵਾਂਗੂ ਹੀ ਸਮੁੰਦਰ ਦੀਆਂ ਲਹਿਰਾਂ ਤੇ ਪਾਣੀ ਤੇ ਤੁਰਨ ਲੱਗੇ ਨੇ। ਜਿਸ ਤਰ੍ਹਾਂ ਪਹਿਲਾਂ ਤੁਰ ਰਹੇ ਸਨ, ਇਹ ਦਿਖਾ ਦਿੱਤਾ ਸੀ ਕਿ ਸਿੱਖਾ ਜੇ ਗੁਰੂ ਦੀ ਆਗਿਆ ਚ ਰਹੇਗਾ ਤੇ ਹਮੇਸ਼ਾ ਤਰੇਗਾ, ਤੇ ਜੇ ਗੁਰੂ ਦੀ ਬਰਾਬਰੀ ਕਰਨ ਦਾ ਯਤਨ ਕਰੇਗਾ ਨਾ, ਆ ਜਿਹੜੇ ਬੁੱਧੀਜੀਵ ਕਹਿੰਦੇ ਜੀ ਇਹ ਵਾਹਿਗੁਰੂ ਜਪਣ ਨਾਲ ਕੀ ਹੁੰਦਾ ਹੈ, ਨਿਤਨੇਮ ਕਰਨ ਨਾਲ ਕੀ ਹੁੰਦਾ ਹੈ, ਸੰਗਤ ਕਰਨ ਨਾਲ, ਸਿਮਰਨ ਕਰਨ ਨਾਲ ਕਿਹੜੀ ਪ੍ਰਾਪਤੀ ਕਰ ਲਓਗੇ। ਇਹ ਤਾਂ ਡੁੱਬਣਗੇ, ਜ਼ਰੂਰ ਡੁੱਬਣਗੇ, ਤਰਨਗੇ ਉਹ ਜਿਹੜੇ ਵਾਹਿਗੁਰੂ ਗੁਰਮੰਤਰ ਜਪਣਗੇ। ਭਾਈ ਮਰਦਾਨਾ ਜੀ ਨੇ ਜਦੋਂ ਵਾਹਿਗੁਰੂ ਜਪਿਆ, ਕਹਿੰਦੇ ਪਹਿਲਾਂ ਵਾਂਗੂ ਹੀ ਤੁਰਨ ਲੱਗੇ ਹਨ। ਸਿੰਧ ਬੂਢਨੇ ਤੇ ਰਹਿ ਗਇਓ। ਸਮੁੰਦਰ ਵਿੱਚ ਡੁੱਬਣੋਂ ਬਚ ਗਏ ਹਨ। ਇਸ ਪ੍ਰਕਾਰ ਕੇ ਸਾਗਰ ਪਾਰਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸਮੁੰਦਰ ਪਾਰ ਕੀਤਾ ਹੈ। ਪਹੁੰਚੇ ਟਾਪੂ ਕੇਰ ਮਜਾਰਾ। ਜਿਹੜੇ ਟਾਪੂ ਦੇ ਵਿੱਚ ਜਾਣਾ ਸੀ ਉੱਥੇ ਪਹੁੰਚ ਗਏ ਹਨ। ਹਾਰੂ ਨਗਰ ਵਿਖੇ ਜਬ ਗਏ। ਇਹ ਜਿਹੜਾ ਨਗਰ ਸੀ ਹਾਰੂਪੁਰ, ਇੱਥੇ ਸੰਗਤ ਜੀ ਜਿਹੜੇ ਲੋਕ ਸਨ, ਇੱਕ ਸਰੇਵੜੇ ਨੂੰ ਰੱਬ ਜਾਣ ਕੇ ਪੂਜਦੇ ਸਨ। ਇੱਕ ਗਿਆਨੀ ਸੀ ਇੱਥੇ, ਤੇ ਜਿਸ ਦਾ ਅੱਗੇ ਪ੍ਰਸੰਗ ਆ ਰਿਹਾ ਹੈ ਇਹਦੇ ਵਿੱਚੋਂ ਸਾਰੀ ਸਮਝ ਆਵੇਗੀ ਕਿ ਅੱਜ ਵੀ ਕਈ ਜਿਹੜੇ ਉਹ ਲੋਕ ਸਿਮਰਨ ਤੋਂ ਤੋੜਦੇ ਨੇ, ਸੰਗਤ ਤੋਂ ਤੋੜਦੇ ਨੇ, ਜਿਹੜੇ ਕਹਿੰਦੇ ਨੇ ਰੱਬ ਕੋਈ ਨਹੀਂ, ਕਿ ਕੋਈ ਵੀ ਉਤਪਤੀ ਨਹੀਂ ਕਰਨ ਵਾਲਾ, ਇਹ ਤਾਂ ਕੁਦਰਤ ਹੈ ਤੇ ਆਪੇ ਹੀ ਇਹ ਬੀਜ ਤੋਂ ਰੁੱਖ ਬਣਦੇ ਨੇ ਤੇ ਰੁੱਖ ਤੋਂ ਬੀਜ, ਇਹ ਆਪੇ ਹੀ ਇਸੇ ਤਰ੍ਹਾਂ ਸ੍ਰਿਸ਼ਟੀ ਚੱਲ ਰਹੀ ਹੈ। ਇਹ ਮਤ ਜੈਨੀਆਂ ਦਾ ਸੀ। ਤੇ ਜਿਹੜੇ ਸਿਮਰਨ ਤੋਂ ਤੋੜਦੇ ਨੇ, ਰੱਬ ਤੋਂ ਇਨਕਾਰੀ ਹੋਏ ਬੈਠੇ ਨੇ ਨਾ, ਉਹ ਬਹੁਤਾ ਮੇਲ ਆਪਣਾ ਜੈਨੀਆਂ ਨਾਲ ਰੱਖਦੇ ਨੇ।
ਉਹਨਾਂ ਕੋਲ ਜਾਂਦੇ ਨੇ, ਮਿਲਦੇ ਨੇ, ਕਹਿੰਦੇ ਨੇ ਬੜੀ ਸ਼ਾਂਤੀ, ਬੜਾ ਆਨੰਦ, ਤੇ ਉਹਨਾਂ ਕੋਲੋਂ ਸਿੱਖਿਆ ਲੈ ਕੇ ਤੇ ਫਿਰ ਆ ਕੇ ਆਪਣੀਆਂ ਸਟੇਜਾਂ ਤੇ ਬੋਲਦੇ ਹਨ ਰਹੋ ਵਿਚਾਰ। ਇੱਕ ਜਦੋਂ ਸਤਿਗੁਰੂ ਇਸ ਹਾਰੂਪੁਰ ਟਾਪੂ ਦੇ ਵਿੱਚ ਪਹੁੰਚੇ ਹਨ, ਇਕ ਤਰ ਨੀਚੇ ਬੈਠਤ ਭਏ, ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਰੁੱਖ ਦੇ ਥੱਲੇ ਬੈਠ ਗਏ ਹਨ। ਭੂਪ ਪ੍ਰਜਾ ਤੇ ਦੇਸ ਮਜਾਰੀ, ਇਸ ਹਾਰੂਪੁਰ ਦੇ ਜਿਹੜੇ ਲੋਕ ਸਨ, ਰਾਜੇ ਸਮੇਤ ਸਾਰੀ ਹੀ ਪ੍ਰਜਾ, ਸਭ ਸਰੇਵਰੇ ਕੀ ਅਨਸਾਰੀ। ਇਹ ਸਾਰੇ ਲੋਕ ਸਰੇਵੜੇ ਦੇ ਅਨੁਸਾਰੀ ਸਨ। ਆਹ ਜਿਹੜੇ ਸਿਰ ਮੁਨਾ ਕੇ ਰੱਖਦੇ ਨੇ, ਲੱਕਾਂ ਦੇ ਨਾਲ ਬਾਟੇ ਬੰਨ ਕੇ, ਹੱਥਾਂ ਦੇ ਵਿੱਚ ਇਹਨਾਂ ਨੇ ਉਹ ਝਾੜੂ ਫੜੇ ਹੁੰਦੇ ਨੇ, ਤੇ ਇਹ ਜਿਹੜੇ ਸਰੇਵੜੇ ਸੀ ਇੱਥੇ, ਤੇ ਸਾਰੀ ਜਿਹੜੀ ਪ੍ਰਜਾ ਸੀ ਇੱਥੋਂ ਦੀ, ਰਾਜਾ ਜਿਹੜਾ ਸੀ ਉਹ ਸਰੇਵੜੇ ਦੇ ਅਨੁਸਾਰ ਚੱਲਦੇ ਸਨ। ਤੇ ਕੇ ਢਿਗ ਤੇ ਲੇ ਉਪਦੇਸਾ, ਇਸ ਸਰੇਵੜੇ ਕੋਲ ਜਾ ਕੇ ਉਪਦੇਸ਼ ਲੈਂਦੇ ਸਨ। ਉਤੋ ਸਿੱਖ ਸਗਰੋਈ ਦੇਸਾ, ਸਾਰਾ ਜਿਹੜਾ ਦੇਸ਼ ਸੀ ਨਾ, ਉਹ ਸਰੇਵੜੇ ਦੇ ਚੇਲੇ ਬਣ ਕੇ ਰਹਿ ਰਹੇ ਸਨ। ਜਬ ਬਰਖਾ ਕੀ ਹੋਵੇ ਚਾਹੀ, ਕਹਿੰਦੇ ਜਦੋਂ ਵਰਖਾ ਦੀ ਲੋੜ ਹੁੰਦੀ ਸੀ, ਜਾਚਤ ਨਰ ਸਭ ਤੇ ਕੇ ਪਾਹੀ। ਇਹ ਸਾਰੇ ਲੋਕ ਇਕੱਠੇ ਹੋ ਕੇ ਇਸ ਸਰੇਵੜੇ ਨੂੰ ਗੁਰੂ ਬਣਾਇਆ ਸੀ ਦੇ ਕੋਲ ਜਾਂਦੇ ਸਨ। ਜੰਤਰ ਮੰਤਰ ਕਰ ਸੋ ਬਰਖਾਵੇ, ਤੇ ਜੰਤਰ ਮੰਤਰਾਂ ਦੁਆਰਾ, ਕਹਿੰਦੇ ਕਿ ਇਹਦੇ ਵਿੱਚ ਇੰਨੀ ਜਿਹੜੀ ਸੀ ਜੰਤਰਾਂ ਮੰਤਰਾਂ ਦੀ ਜਿਹੜੀ ਵਿਦਿਆ ਇਹਨੇ ਸਾਧੀ ਹੋਈ ਸੀ ਕਿ ਮੀਂਹ ਪਵਾਉਣ ਦੀ ਵੀ ਤਾਕਤ ਰੱਖਦਾ ਸੀ। ਇਹ ਹੋ ਸਕਦਾ ਹੈ ਕਿ ਜੇ ਸਮੇਂ ਅਨੁਸਾਰ ਉਦੋਂ ਮੀਂਹ ਪੈ ਜਾਂਦਾ ਹੋਵੇ, ਪਰ ਇਹ ਵੀ ਹੋ ਸਕਦਾ ਹੈ ਕਿ ਕਿਸੇ ਕੋਲ ਇੰਨੀ ਵੀ ਕਰਾਮਾਤ ਹੋਵੇ, ਇੰਨੀਆਂ ਸਿੱਧੀਆਂ ਹੋਣ ਕਿ ਉਹ ਮੀਂਹ ਵੀ ਪਵਾ ਸਕਦਾ ਹੋਵੇ। ਕਿਸੇ ਨੂੰ ਪੁੱਤਰਾਂ ਦਾ ਵੀ ਦਾਨੀ ਬਣ ਕੇ, ਦਾਤਾ ਬਣ ਕੇ ਬੈਠਾ ਹੋਵੇ, ਮੂੰਹ ਮੰਗੀਆਂ ਮੁਰਾਦਾਂ ਵੀ ਉਹ ਪੂਰੀਆਂ ਕਰਨ ਵਾਲਾ ਹੋਵੇ। ਪਰ ਸਤਿਗੁਰੂ ਕਹਿੰਦੇ ਨੇ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਕਦੇ ਵੀ ਉਹਨੂੰ ਰੱਬ ਜਾਣ ਕੇ ਨਹੀਂ ਪੂਜਦੇ, ਕਿਉਂਕਿ ਪਰਮੇਸ਼ਰ ਤਾਂ ਬਹੁਤ ਵੱਡਾ ਦਾਤਾ ਹੈ। ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਰਿਜ਼ਕ ਦੇਣ ਵਾਲਾ ਹੈ, ਸਾਰੇ ਖੰਡ ਬ੍ਰਹਿਮੰਡਾਂ ਨੂੰ ਰਚਣ ਵਾਲਾ ਉਹ ਹੈ। ਇੱਕ ਲੋਕ ਨਹੀਂ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ। ਸਾਰਿਆਂ ਦੀ ਪਾਲਣਾ ਕਰਨ ਵਾਲਾ। ਇੱਥੋਂ ਤੱਕ ਕਿ ਪੱਥਰ ਵਿੱਚ ਜਿਹੜਾ ਕੀੜਾ ਗੁਪਤ ਹੋ ਕੇ ਬੈਠਾ ਹੈ, ਉਹਦੀ ਪਾਲਣਾ ਵੀ ਤਾਂ ਉਹ ਪਰਮਾਤਮਾ ਕਰ ਰਿਹਾ ਹੈ ਨਾ। ਕਹਿੰਦੇ ਸਰੇਵੜੇ ਨੂੰ ਗੁਰੂ ਜਾਣ ਕੇ ਪੂਜਦੇ ਸਨ, ਤੇ ਸਾਰਾ ਦੇਸ਼ ਹੀ ਇਹਦੇ ਸਿੱਖ ਬਣ ਕੇ ਰਹਿ ਰਹੇ ਸਨ। ਇਹ ਜੰਤਰਾਂ ਮੰਤਰਾਂ ਦੁਆਰਾ ਬਹੁਤ ਇਹਨੇ ਸਾਧਨਾ ਸਾਧੀ ਹੋਈ ਸੀ। ਸਭ ਤੇ ਆਪਣੋ ਨਾਮ ਜਪਾਵੇ, ਇਹਨਾਂ ਜੰਤਰਾਂ ਮੰਤਰਾਂ ਦੇ ਧਾਰਨੀ ਹੋਣ ਕਰਕੇ ਲੋਕਾਂ ਤੋਂ ਆਪਣਾ ਨਾਮ ਜਪਾਉਂਦਾ ਸੀ, ਜਿਹਦਾ ਜ਼ਿਕਰ ਗੁਰੂ ਕਲਗੀਧਰ ਸਾਹਿਬ ਕਰਦੇ ਨਾ ਬਾਣੀ ਅੰਦਰ ਕਿ ਜਿਨ ਜਿਨ ਤਨਕ ਸਿੱਧ ਕੋ ਪਾਇਓ। ਤੇ ਮਾਲਕ ਦੇ ਅੱਗੇ, ਪਰਮਾਤਮਾ ਅੱਗੇ ਇਹ ਰਿੱਧੀਆਂ ਸਿੱਧੀਆਂ ਜੰਤਰ ਮੰਤਰ, ਇਹ ਕਰਾਮਾਤਾਂ ਤੇ ਬਹੁਤ ਛੋਟੀ ਜੀ ਚੀਜ਼ ਹੈ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਰੱਤੀ ਮਾਤਰ ਵੀ ਜਿੰਨੇ ਕਿਸੇ ਨੇ ਸਿੱਧੀ ਪ੍ਰਾਪਤ ਕਰ ਲਈ ਨਾ, ਤਿੰਨ ਤਿੰਨ ਆਪਣੋਂ ਰਾਹ ਚਲਾਇਓ। ਉਹਨੇ ਆਪਣਾ ਰਸਤਾ ਵੱਖਰਾ ਤੋਰ ਲਿਆ। ਅੱਜ ਇਸ ਤਰ੍ਹਾਂ ਤੋਰਿਆ ਹੀ ਹੈ ਕਿ ਜਦੋਂ ਹਜ਼ਾਰਾਂ ਦਾ ਇਕੱਠ ਹੋਣ ਲੱਗਾ, ਸੁਣਨ ਵਾਲੇ ਸ਼ਰਧਾਲੂ ਬੈਠਣ ਲੱਗੇ, ਤੇ ਫਿਰ ਆਪਣਾ ਰਸਤਾ ਹੀ ਵੱਖਰਾ ਤੋਰ ਕੇ ਕਹਿ ਦਿੱਤਾ ਕਿ ਹੁਣ ਅਸੀਂ ਆਪਣੀ ਵੱਖਰੀ ਰੀਤ ਤੋਰਾਂਗੇ, ਆਪਣੀ ਵੱਖਰੀ ਮਰਿਆਦਾ ਤੋਰਾਂਗੇ, ਲੋਕਾਂ ਨੂੰ ਜਗਾਵਾਂਗੇ। ਇਹ ਕਿਉਂਕਿ ਰਿੱਧੀਆਂ ਸਿੱਧੀਆਂ ਜਿਹੜੀਆਂ ਇਹ ਸੰਭਾਲਣੀਆਂ ਬਹੁਤ ਔਖੀਆਂ ਨੇ। ਕਹਿੰਦੇ ਸਰੇਵੜੇ ਕੋਲ ਜੰਤਰ ਮੰਤਰ ਤਾਂ ਸਨ, ਲੋਕ ਇਹਨੂੰ ਪੂਜਦੇ ਸੀ, ਇਹ ਆਪਣਾ ਨਾਮ ਜਪਾਉਂਦਾ ਸੀ। ਦੂਹਰਾ ਤਾਤ ਕਾਮਨਾ ਕਰਹਿ ਜੋ, ਜੇ ਕੋਈ ਆ ਕੇ ਪੁੱਤਰ ਦੀ ਕਾਮਨਾ ਕਰਦਾ ਸੀ, ਸੁਤ ਦੇਵਹਿ ਤੇ ਤਾਮ। ਹੋ ਸਕਦਾ ਹੈ ਕਿ ਸੁੱਤੇ ਸਿੱਧੂ ਦੇ ਘਰ ਪੁੱਤਰ ਹੋ ਵੀ ਜਾਂਦਾ ਹੋਵੇ, ਪਰ ਲੋਕ ਇਹਨੂੰ ਬਹੁਤ ਵੱਡਾ ਰੱਬ ਜਾਣ ਕੇ ਪੂਜਣ ਲੱਗੇ। ਅਪਰ ਪਦਾਰਥ ਚਾਹੇ ਕੋ, ਹੋਰ ਕਿਸੇ ਪਦਾਰਥ ਦੀ ਜੇ ਕੋਈ ਇੱਛਾ ਰੱਖ ਕੇ ਆਉਂਦਾ ਸੀ, ਪੂਰੇ ਸਭ ਹੀ ਕਾਮ। ਆਪਣੇ ਵੱਲੋਂ ਤਾਂ ਕਹਿੰਦਾ ਸੀ ਕਿ ਫਲਾਣੇ ਫਲਾਣੇ ਸਮੇਂ ਇਹ ਤੈਨੂੰ ਪਦਾਰਥ ਮਿਲ ਜਾਵੇਗਾ, ਇਹ ਵਸਤੂ ਮਿਲ ਜਾਵੇਗੀ। ਚੌਪਈ ਤੇ ਕੋ ਭੋਜ ਭਜਨ ਕਰੈ ਨਰ ਸਭ ਹੀ। ਇਹ ਲੋਕ ਜਿਹੜੇ ਸਨ ਨਗਰ ਵਾਲੇ, ਹਾਰੂਪੁਰ ਟਾਪੂ ਤੇ ਰਹਿਣ ਵਾਲਾ ਨਗਰ, ਰਾਜੇ ਸਮੇਤ ਇਹਦੀ ਪੂਜਾ ਕਰਦੇ ਸਨ। ਸਤਨਾਮ ਸਿਮਰਹਿ ਨਹਿ ਕਬ ਹੀ, ਪਰ ਕਦੇ ਵਾਸਤੇ ਪ੍ਰਭੂ ਦਾ ਸਿਮਰਨ ਨਹੀਂ ਸੀ ਕਰਦੇ, ਰੱਬ ਨੂੰ ਭੁਲਾ ਦਿੱਤਾ ਸੀ। ਕੇਵਲ ਥੋੜੀਆਂ ਬਹੁਤੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਵਿੱਚ ਫਸ ਕੇ ਰਹਿ ਚੁੱਕੇ ਸਨ, ਤੇ ਇਹਨੂੰ ਹੀ ਰੱਬ ਜਾਣ ਕੇ ਸਰੇਵੜੇ ਨੂੰ ਪੂਜਦੇ ਸਨ। ਗਾਵਨ ਲੱਗਾ ਬੈਠ ਮਰਦਾਨਾ, ਭਾਈ ਮਰਦਾਨਾ ਗੁਰੂ ਜੀ ਦਾ ਇਸ਼ਾਰਾ ਪਾ ਕੇ, ਆਗਿਆ ਪਾ ਕੇ ਹੱਥ ਵਿੱਚ ਰਬਾਬ ਲਈ ਹੈ, ਤੇ ਭਾਈ ਮਰਦਾਨਾ ਜੀ ਕੀਰਤਨ ਕਰਨ ਲੱਗੇ ਨੇ। ਉਪਮਾ ਸ੍ਰੀ ਕਰਤਾਰ ਮਹਾਨਾ, ਜਿਹੜਾ ਪਾਵਨ ਸ਼ਬਦ ਭਾਈ ਮਰਦਾਨਾ ਜੀ ਨੇ ਪੜਿਆ ਹੈ,
ਉਹਨਾਂ ਸ਼ਬਦਾਂ ਦੇ ਵਿੱਚ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਮਹਾਨ ਉਪਮਾ ਸੀ। ਤੇਛ ਨਰ ਸਮੀਪ ਬਹੁ ਆਏ। ਜਦੋਂ ਭਾਈ ਮਰਦਾਨਾ ਜੀ ਕੀਰਤਨ ਕਰਕੇ ਸਮਾਪਤ ਕਰਦੇ, ਸਮਾਪਤੀ ਹੁੰਦੀ ਹੈ ਤੇ ਉੱਥੋਂ ਦੇ ਜਿਹੜੇ ਲੋਕ ਇਕੱਠੇ ਹੋਏ ਸਨ ਇਹਨਾਂ ਦੇ ਪਾਸ ਆ ਗਏ। ਸੁਨੇ ਸ਼ਬਦ ਕੋ ਪ੍ਰੀਤ ਵਢਾਏ। ਬੜੀ ਪ੍ਰੀਤੀ ਨਾਲ, ਪ੍ਰੇਮ ਦੇ ਨਾਲ ਇਹ ਬੈਠ ਕੇ ਕੀਰਤਨ ਸੁਣਿਆ ਸੀ ਇਹਨਾਂ ਲੋਕਾਂ ਨੇ। ਪਾਛੇ ਤੇ ਜੋ ਪੁੱਛਣ ਲਾਗੇ। ਬਾਅਦ ਵਿੱਚ ਸਮਾਪਤੀ ਹੋਈ ਤੇ ਪੁੱਛਣ ਲੱਗੇ ਹਨ, ਇਸ ਕੋ ਅਰਥ ਕਹੋ ਹਮ ਆਗੇ। ਕਹਿਣ ਲੱਗੇ ਕਿ ਜਿਹੜਾ ਸ਼ਬਦ ਤੁਸੀਂ ਪੜਿਆ ਹੈ ਇਹਦੇ ਅਰਥ ਵੀ ਸਾਨੂੰ ਸੁਣਾਵੋ। ਸ੍ਰੀ ਗੁਰ ਕਹੈ ਭਜੋ ਹਰਿ ਨਾਮੋ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਸਾਰੇ ਪ੍ਰਭੂ ਦਾ ਨਾਮ ਜਪੋ। ਅੰਤ ਸਮੇਂ ਜੋ ਆਵੇ ਕਾਮੋ। ਜਿਹੜਾ ਪ੍ਰਮਾਤਮਾ ਦਾ ਨਾਮ ਹੈ ਅੰਤਲੇ ਸਮੇਂ ਤੁਹਾਡੇ ਕੰਮ ਆਵੇਗਾ, ਤੁਹਾਡੀ ਕਲਿਆਣ ਕਰੇਗਾ। ਵਿਖੇ ਵਿਕਾਰ ਅਲਪ ਸੁਖ ਤਿਆਗੋ। ਜਿਹੜੇ ਵਿਸ਼ੇ ਵਿਕਾਰ ਨੇ ਨਾ ਇਹਨਾਂ ਵਿੱਚ ਅਲਪ ਸੁਖ ਹੈ। ਅਲਪ ਹੁੰਦਾ ਹੈ ਬਹੁਤ ਥੋੜਾ, ਕੁਝ ਮਾਤਰ ਛਿਨ ਮਾਤਰ ਇਹਨਾਂ ਵਿੱਚੋਂ ਸੁਖ ਹੈ, ਪਰ ਬਾਅਦ ਵਿੱਚ ਇਹ ਵਿਸ਼ੇ ਜਿਹੜੇ ਨੇ ਦੁੱਖ ਰੂਪ ਹੋ ਜਾਂਦੇ ਹਨ। ਇਸ ਕਰਕੇ ਗੁਰਦੇਵ ਕਹਿੰਦੇ ਪਹਿਲਾਂ ਤੇ ਇਹਨਾਂ ਵਿੱਚੋਂ ਸੁਖ ਆਉਂਦਾ ਹੈ, ਪਰ ਇਹਨਾਂ ਦਾ ਸੁਖ ਅਲਪ ਮਾਤਰ ਹੈ, ਬਹੁਤ ਥੋੜਾ ਹੈ। ਭਾਉ ਭਗਤ ਸੋ ਉਰੇ ਅਨੁਰਾਗ ਹੋ। ਜੇ ਤੁਸੀਂ ਪ੍ਰਭੂ ਦੀ ਪ੍ਰੇਮਾ ਭਗਤੀ ਕਰੋਗੇ, ਸੰਗਤ ਕਰੋਗੇ, ਆਪਣੇ ਮਨ ਨੂੰ ਸਿਮਰਨ ਦੇ ਵਿੱਚ ਪ੍ਰੇਮੀ ਬਣਾਵੋਗੇ, ਦੋਹਰਾ ਸੁਨ ਕੇ ਨਰ ਬੋਲਤ ਭਏ। ਤੁਹਾਨੂੰ ਭਾਰੀ ਸੁਖ ਪ੍ਰਾਪਤ ਹੋਵੇਗਾ। ਸੁਣ ਕੇ ਸਾਰੇ ਲੋਕ ਕਹਿਣ ਲੱਗੇ, ਹਮਰੋ ਗੁਰ ਹੈ ਜੋਏ। ਕਹਿਣ ਲੱਗੇ ਮਹਾਰਾਜ ਤੁਸੀਂ ਸਾਨੂੰ ਜਿਹੜੀ ਗੱਲ ਸਮਝਾ ਰਹੇ ਹੋ, ਪਰ ਜਿਹਨੂੰ ਅਸੀਂ ਆਪਣਾ ਗੁਰੂ ਮੰਨਦੇ ਆ, ਜਿਹੜਾ ਸਾਡੇ ਲਈ ਰੱਬ ਹੈ, ਨਾਮ ਜਪਾਵਤੇ ਆਪਨੋ। ਉਹ ਤਾਂ ਕਹਿੰਦਾ ਹੈ ਕਿ ਮੈਂ ਹੀ ਰੱਬ ਆ ਤੇ ਮੇਰਾ ਨਾਮ ਜਪੋ। ਜਿਹੜੀ ਗੱਲ ਮੈਂ ਤੁਹਾਨੂੰ ਸਮਝਾਉਣਾ ਉਹ ਆਪਣੇ ਹਿਰਦੇ 'ਚ ਬਸਾਓ ਤੇ ਮੈਨੂੰ ਰੱਬ ਮੰਨੋ ਤੇ ਮੇਰੀ ਪੂਜਾ ਕਰੋ। ਕਹਿ ਨਾ ਕਰਤਾ ਕੋਈ। ਤੇ ਅੱਗੋਂ ਕਹਿੰਦਾ ਕੋਈ ਵੀ ਕਰਤਾ ਨਹੀਂ ਹੈ। ਆ ਗਈ ਨਾ ਹੁਣ ਸਰੇਵੜਿਆਂ ਵਾਲੀ ਗੱਲ, ਜਾਨੀਆਂ ਵਾਲੀ। ਇਹ ਸਾਰਾ ਸਮਾਜ ਹੀ ਉਹ ਪਰਮਾਤਮਾ ਨੂੰ ਸਰਬ ਕਲਾ ਸੰਪੰਨ ਜਾਣ ਕੇ ਉਹਦੀ ਉਪਾਸਨਾ ਵਿੱਚ ਲੱਗਾ ਹੈ, ਪਰ ਪਤਾ ਨਹੀਂ ਕਿੱਥੋਂ ਨਵੀਂ ਸੋਚ ਕੱਢ ਕੇ ਲਿਆ ਕੇ ਰੱਖ ਦਿੱਤੀ ਹੈ ਜਾਨੀਆਂ ਵਾਲੀ, ਤੇ ਅੱਗੋਂ ਆ ਕੇ ਕਹਿਣਾ ਸ਼ੁਰੂ ਕਰਤਾ ਕਿ ਕਰਤਾ ਕੋਈ ਹੈ ਹੀ ਨਹੀਂ। ਇਹ ਆਪਾਂ ਨਵੀਂ ਖੋਜ ਕੀਤੀ ਹੈ। ਇਹ ਨਵੀਂ ਖੋਜ ਆਪਣੀ ਆਪਣੇ ਕੋਲ ਹੀ ਰੱਖਣੀ ਚਾਹੀਦੀ ਹੈ, ਕਿਉਂਕਿ ਸੰਸਾਰ ਦੇ ਵਿੱਚ ਤਾਂ ਅੱਗੇ ਬਹੁਤ ਦੁੱਖ ਨੇ। ਤਰਾਹ ਜਿਹੜਾ ਸੰਸਾਰ ਕਰ ਰਿਹਾ ਸੀ, ਇਹਨਾਂ ਦੇ ਉਧਾਰ ਵਾਸਤੇ ਗੁਰਦੇਵ ਨੇ ਹੈ ਕਰਦੀ ਸੁਣੀ ਲੁਕਾਈ। ਜਦੋਂ ਇਹਨਾਂ ਵੱਲ ਦੇਖਿਆ ਤੇ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਤੇ ਸਾਰਾ ਸੰਸਾਰ ਨਾਮ ਤੋਂ ਬਿਨਾਂ ਤੇ ਸੜ ਰਿਹਾ ਸੀ। ਤੇ ਹੁਣ ਫੇਰ ਉਸੇ ਪਾਸੇ ਤੋਰਨ ਦਾ ਯਤਨ ਕਰਨ ਲੱਗੇ। ਕਹਿੰਦੇ ਗੁਰਦੇਵ ਸਾਡਾ ਜਿਹੜਾ ਗੁਰੂ ਹੈ ਉਹਦੀ ਅਸੀਂ ਪੂਜਾ ਕਰਦੇ ਹਾਂ। ਉਹ ਕਹਿੰਦਾ ਕਰਤਾ ਹੋਰ ਕੋਈ ਨਹੀਂ ਹੈ, ਕਿਸੇ ਹੋਰ ਦੀ ਪੂਜਾ ਨਾ ਕਰੋ। ਚਾਉ ਪਈ ਜੈਸੇ ਬ੍ਰਿਖ ਬੀਜ ਤੇ ਜਮਹੇ। ਇਹ ਹੈ ਜਾਨੀਆਂ ਦੀ ਸਿੱਖਿਆ। ਉਹਨੇ ਇਹ ਉਪਦੇਸ਼ ਸਾਨੂੰ ਦਿੰਦਾ ਹੈ ਕਿ ਜਿਸ ਤਰ੍ਹਾਂ ਬੀਜ ਤੋਂ ਰੁੱਖ ਜੰਮਦੇ ਹਨ, ਬੀਜ ਬਿਖਰਤੇ ਹੋਏ ਅਬ ਰਮਹੇ। ਤੇ ਬਾਅਦ ਵਿੱਚ ਰੁੱਖ ਤੋਂ ਜਿਹੜੇ ਫੇਰ ਬੀਜ ਡਿੱਗਦੇ ਨੇ, ਉਹਨਾਂ ਬੀਜਾਂ ਤੋਂ ਅਨੇਕਾਂ ਹੀ ਰੁੱਖ ਪੈਦਾ ਹੁੰਦੇ ਨੇ। ਤਿਉ ਮਾਨੁਖ ਤੇ ਮਾਨੁਖ ਹੋਏ। ਇਸ ਤਰ੍ਹਾਂ ਮਨੁੱਖ ਤੋਂ ਮਨੁੱਖ ਦੀ ਉਤਪਤੀ ਹੁੰਦੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰ। ਪਰ ਮੂਰਖਾਂ ਨੂੰ ਪੁੱਛੇ ਕਿ ਕੱਲੇ ਬਿੰਦ ਤੋਂ, ਮਾਂ ਦੇ ਰਕਤ ਤੋਂ ਇਹ ਸਰੀਰ ਬਣ ਜਾਣਾ ਤੇ ਜਾਂ ਬਣਾ ਦੇਣਾ, ਇਹ ਕਿਸੇ ਵਿੱਚ ਤਾਕਤ ਹੈ? ਜੇ ਬੰਦੇ ਦਾ ਕੋਈ ਸਰੀਰ ਦਾ ਕੀਮਤੀ ਅੰਗ ਚਲਾ ਜਾਵੇ, ਕਰੋੜਾਂ ਰੁਪਏ ਖਰਚ ਕੇ ਵੀ ਉਹ ਦੁਬਾਰਾ ਅੰਗ ਨਹੀਂ ਬਣਦਾ ਜਿਹੜਾ ਪਰਮਾਤਮਾ ਨੇ ਇਹ ਅਮੋਲਕ ਸਰੀਰ ਬਣਾਇਆ ਹੈ। ਜੇ ਇੰਨੀ ਤਾਕਤ ਹੈ ਤੇ ਫਿਰ ਉਦਾਂ ਦੇ ਹੱਥ ਪੈਰ, ਉਦਾਂ ਦੇ ਨੇਤਰ, ਉਦਾਂ ਦੀ ਰਸਨਾ। ਜੇ ਕਿਸੇ ਨੇਤਰ ਵਿੱਚੋਂ ਰੋਸ਼ਨੀ ਚਲੀ ਜਾਵੇ, ਜੇ ਬਿਲਕੁਲ ਹੀ ਜੋਤ ਚਲੀ ਜਾਵੇ ਤਾਂ ਦੇਖਣਾ ਬੰਦ ਕਰ ਦਿੰਦੇ। ਹੱਥ ਚੋਂ ਤਾਕਤ ਚਲੀ ਜਾਵੇ ਤੇ ਹੱਥ ਨਹੀਂ ਹਿੱਲਦਾ। ਪੈਰਾਂ ਚੋਂ ਤਾਕਤ ਗਈ ਤੇ ਪੈਰ ਚੱਲਣੋਂ ਅਸਮਰੱਥ ਹੋ ਜਾਂਦੇ ਨੇ, ਉਹਨਾਂ ਵਿੱਚ ਸਮਰੱਥਾ ਨਹੀਂ ਰਹਿੰਦੀ। ਕੰਨਾਂ ਚੋਂ ਜੋਤ ਖਿੱਚ ਲਏ ਤੇ ਕੰਨ ਸੁਣਨ ਦਾ ਕੰਮ ਬੰਦ ਕਰ ਦਿੰਦੇ ਨੇ। ਇਸ ਤਰ੍ਹਾਂ ਹੀ ਕਹਿੰਦੇ ਸਨ ਕਿ ਕੋਈ ਕਰਤਾ ਨਹੀਂ, ਕੋਈ ਰੱਬ ਨਹੀਂ, ਕੋਈ ਪਰਮਾਤਮਾ ਨਹੀਂ। ਤੇ ਹੁਣ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ, ਜਾਨੀਆਂ ਦੇ ਹੀ ਭਗਤ ਕਰ ਰਹੇ ਕਿ ਕੋਈ ਪਰਮਾਤਮਾ ਨਹੀਂ, ਬੀਜ ਤੋਂ ਰੁੱਖ ਹੁੰਦੇ ਨੇ, ਰੁੱਖ ਤੋਂ ਬੀਜ ਡਿੱਗਦੇ ਨੇ, ਫਿਰ ਅਨੇਕਾਂ ਰੁੱਖ ਜੰਮ ਜਾਂਦੇ ਨੇ। ਦੱਸੋ ਕਿੱਥੇ ਆ ਰੱਬ? ਪਰ ਗੁਰਦੇਵ ਦਾ ਪਾਵਨ ਬਚਨ ਪੜ੍ਹਦੇ ਹਾਂ, ਨਮੋ ਬੀਜ ਬੀਜੇ। ਗੁਰੂ ਕਲਗੀਧਰ ਸਾਹਿਬ ਮਹਾਰਾਜ ਕਹਿੰਦੇ ਨੇ, ਨਮਸਕਾਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ। ਤੁਸੀਂ ਬੀਜ ਦੇ ਵਿੱਚ ਬੀਜ ਰੂਪ ਹੋ ਕੇ ਬੈਠੇ ਹੋ ਤੇ ਬੀਜ ਪੁੰਗਰਦਾ ਹੈ। ਜੇ ਤੁਸੀਂ ਆਪਣੀ ਸੱਤਾ ਨਾ ਰੱਖੋ ਤੇ ਬੀਜ ਵਿੱਚ ਕਿਹੜੀ ਤਾਕਤ ਹੈ ਕਿ ਇੱਕ ਛੋਟਾ ਜਿਹਾ ਬੀਜ ਇੰਨਾ ਵੱਡਾ ਰੁੱਖ ਬਣਾ ਦੇਵੇ, ਇੰਨੇ ਸੋਹਣੇ ਫਲ ਲਾ ਦੇਵੇ, ਉਹਨਾਂ ਫਲਾਂ ਵਿੱਚ ਰਸ ਭਰ ਦੇਵੇ। ਪਰ ਇਹ ਪਰਮਾਤਮਾ ਵਾਹਿਗੁਰੂ ਜੀ ਤੁਹਾਡੀ ਤਾਕਤ ਹੈ, ਤੁਹਾਡੀ ਕਲਾ ਹੈ ਕਿ ਇੱਕ ਬੀਜ ਵਿੱਚੋਂ ਇੰਨਾ ਵੱਡਾ ਰੁੱਖ ਕਰ ਦਿੱਤਾ,
ਇੰਨੇ ਸੋਹਣੇ ਫਲ ਲਾ ਦਿੱਤੇ, ਇੰਨੇ ਸੁੰਦਰ ਪੱਤੇ ਲਾ ਦਿੱਤੇ, ਉਹਨਾਂ ਫਲਾਂ ਵਿੱਚ ਰਸ ਭਰ ਦਿੱਤਾ ਤੇ ਉਹ ਰਸ ਸਾਡੇ ਪੇਟ ਦਾ ਭੋਜਨ ਬਣ ਗਏ। ਸਾਨੂੰ ਉਹ ਰਸ ਆਉਂਦਾ ਹੈ, ਜੇ ਕੋਈ ਫਲ ਤੋੜ ਕੇ ਉਹਦਾ ਰਸ ਲਈਏ ਤੇ ਫਿਰ ਕਹਿੰਦੇ ਆ ਵਾਹ। ਪਰ ਉਹ ਵਾਹ ਕੌਣ ਹੈ? ਉਹੀ ਵਾਹਿਗੁਰੂ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ। ਇਹ ਕਹਿਣ ਲੱਗੇ ਮਹਾਰਾਜ ਜਿਹੜਾ ਸਾਡਾ ਗੁਰੂ ਹੈ ਨਾ, ਉਹ ਕਹਿੰਦਾ ਕਰਤਾ ਕੋਈ ਨਹੀਂ, ਰੱਬ ਕੋਈ ਨਹੀਂ, ਕੇਵਲ ਬੀਜ ਤੋਂ ਰੁੱਖ ਨੇ ਤੇ ਰੁੱਖਾਂ ਤੋਂ ਹੀ ਬੀਜ ਹਨ। ਇਸੇ ਤਰ੍ਹਾਂ ਬੰਦਿਆਂ ਦੀ ਉਤਪਤੀ ਹੋ ਰਹੀ ਹੈ। ਅਪਰ ਨ ਕਰਤਾ ਲਖੀਏ ਕੋਏ, ਹੋਰ ਕੋਈ ਵੀ ਦੂਜਾ ਕਰਤਾ ਰੱਬ ਨਹੀਂ ਹੈ। ਇਸੋ ਹਮਹਿ ਉਪਦੇਸ਼ ਦ੍ਰਿੜਾਇਓ, ਮਹਾਰਾਜ ਐਸਾ ਉਪਦੇਸ਼ ਉਹਨੇ ਸਾਨੂੰ ਦ੍ਰਿੜ ਕਰਵਾਇਆ ਹੈ। ਨਾਨਾ ਜੁਗਤ ਸੰਗ ਸਮਝਾਇਓ, ਬੜੀਆਂ ਜੁਗਤੀਆਂ ਦੇ ਨਾਲ ਸਾਨੂੰ ਸਮਝਾਉਂਦਾ ਹੈ। ਤੇ ਜਦੋਂ ਬੰਦੇ ਦੀ ਦਿਮਾਗ ਦੇ ਵਿੱਚ ਇਹ ਗੱਲ ਪਾਉਂਦੇ ਨਾ ਕਿ ਰੱਬ ਨਹੀਂ ਹੈ, ਪਰਮਾਤਮਾ ਨਹੀਂ, ਕੋਈ ਐਸੀ ਕਲਾ ਨਹੀਂ, ਤਾਕਤ ਨਹੀਂ, ਤੇ ਬੜੀਆਂ ਦਲੀਲਾਂ, ਬੜੀਆਂ ਜੁਗਤਾਂ ਵਰਤਣਗੇ। ਪਰ ਜੇ ਕਿਤੇ ਇੰਨੀਆਂ ਜੁਗਤਾਂ ਟੁੱਟੇ ਹੋਏ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਵਰਤ ਲੈਣ ਤੇ ਸੋਨੇ ਤੇ ਸੁਹਾਗਾ ਹੋ ਜਾਵੇ, ਆਪਣਾ ਵੀ ਉਧਾਰ ਹੋਵੇ ਤੇ ਦੂਜੇ ਦਾ ਵੀ। ਕਹਿਣ ਲੱਗੇ ਮਹਾਰਾਜ ਇਹ ਜਿਹੜਾ ਸਾਡਾ ਗੁਰੂ ਸਰੇਵੜਾ ਹੈ ਨਾ, ਇਹ ਬੜੀਆਂ ਜੁਗਤਾਂ, ਬੜੀਆਂ ਦਲੀਲਾਂ ਦਿੰਦਾ ਹੈ। ਆਸਮ ਪਾਖਣ ਕਰ ਨਰ ਤਬ ਹੀ, ਇਸ ਤਰ੍ਹਾਂ ਇਹਨਾਂ ਲੋਕਾਂ ਨੇ ਮਿਲ ਕੇ ਮਹਾਰਾਜ ਜੀ ਦੇ ਤਾਈਂ ਦੱਸਿਆ ਹੈ। ਆਪ ਆਪਣੇ ਘਰ ਗਏ ਸਭ ਹੀ, ਤੇ ਦੱਸ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ। ਦੋਹਰਾ ਬਰਖਾ ਤਬ ਤੇ ਹਟ ਗਈ, ਜਦੋਂ ਇਹ ਗੱਲ ਕਹਿ ਕੇ ਘਰ ਨੂੰ ਗਏ ਨੇ ਤੇ ਮੀਂਹ ਪੈਣੋਂ ਹੀ ਹਟ ਗਿਆ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਦੀ ਐਸੀ ਕਲਾ ਹੈ ਕਿ ਜੇ ਕੋਈ ਜਾ ਕੇ ਆਪਣੇ ਆਪ ਨੂੰ ਰੱਬ ਜਾਣ ਕੇ ਮੰਨ ਕੇ ਬੈਠਾ ਹੈ ਨਾ, ਤੇ ਫਿਰ ਮਾਲਕ ਕਹਿੰਦੇ ਨੇ ਕਿ ਦੱਸ ਕੀ ਹੈ ਤੇਰੇ ਵਿੱਚ ਕਲਾ, ਕਿੰਨੀ ਕੁ ਤਾਕਤ ਦਾ ਤੂੰ ਮਾਲਕ ਹੈ। ਤੂੰ ਕਹਿੰਦਾ ਕਿ ਮੈਂ ਰੱਬ ਦੀ ਬਰਾਬਰੀ ਕਰ ਸਕਦਾ, ਮੈਂ ਹੀ ਸਭ ਕੁਝ ਹਾਂ, ਮੇਰੇ ਵਿੱਚ ਹੀ ਸਾਰੀ ਸਮਰੱਥਾ ਹੈ। ਆ ਥੋੜੇ ਦਿਨ ਪਹਿਲਾਂ ਐਸੀ ਮਹਾਮਾਰੀ ਆਈ ਕਿ ਸਾਰਾ ਹੀ ਸੰਸਾਰ ਜਿਹੜਾ ਸੀ ਉਹ ਤਰਾ ਕਰਨ ਲੱਗ ਪਿਆ। ਤੇ ਜੇ ਇੰਨੀ ਵਿਦਿਆ, ਇੰਨੀ ਪੜ੍ਹਾਈ ਜਾਂ ਇੰਨੀ ਬੰਦੇ ਦੀ ਬੁੱਧੀ ਕੰਮ ਕਰਦੀ, ਤੇ ਫਿਰ ਕਾਹਦੇ ਵਾਸਤੇ ਇਹ ਸਾਰੇ ਲੋਕ ਘਰ ਵਿੱਚ ਜਾ ਕੇ ਲੁਕ ਕੇ ਬੈਠਦੇ। ਪਰ ਸਾਰਿਆਂ ਦੇ ਹੱਥ ਜੁੜ ਗਏ ਕਿ ਪਰਮਾਤਮਾ ਦੀ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਇਹ ਗੱਲ ਸਾਰਿਆਂ ਨੇ ਸਵੀਕਾਰ ਕੀਤੀ ਹੈ ਕਿ ਇੱਥੇ ਹੁਣ ਸਾਰਿਆਂ ਦੇ ਹੱਥ ਖੜੇ ਨੇ, ਸਾਰੇ ਹਾਰ ਚੁੱਕੇ ਆ ਕਿ ਸਾਰੇ ਮਿਲ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੀ ਕਰੋ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮਹਾਰਾਜ ਨੂੰ ਇਹ ਗੱਲ ਦੱਸ ਕੇ ਘਰ ਗਏ ਨੇ ਤੇ ਉਸ ਦਿਨ ਤੋਂ ਜਿਹੜਾ ਮੀਂਹ ਸੀ ਪੈਣਾ ਬੰਦ ਹੋ ਗਿਆ। ਜਬ ਕਿ ਬੈਠੇ ਜਾਏ, ਜਦੋਂ ਦੇ ਸਤਿਗੁਰੂ ਉੱਥੇ ਬਿਰਾਜਮਾਨ ਹੋਏ ਨੇ, ਲਗੇ ਖੇਤ ਸੂਕਣ ਸਰਬ, ਹੁਣ ਮੀਂਹ ਦੇ ਨਾਲ ਖੇਤੀ ਹੁੰਦੀ ਸੀ, ਸਾਰਿਆਂ ਦੇ ਖੇਤ ਸੁੱਕਣ ਲੱਗੇ ਨੇ। ਕੋ ਨਹਿ ਹੋਤੀ ਉਪਾਏ, ਤੇ ਕੋਈ ਵੀ ਇਹਨਾਂ ਦਾ ਹੁਣ ਉਪਾਅ ਨਹੀਂ ਸੀ ਚੱਲਦਾ। ਬੰਦਾ ਕਹਿੰਦਾ ਮੇਰੇ ਕੋਲ ਬੜੇ ਉਪਾਅ, ਬੜੇ ਯਤਨ, ਬੜੀ ਬੁੱਧੀ, ਬੜਾ ਧਨ, ਮੈਂ ਆ ਕਰ ਸਕਦਾ। ਪਰ ਜੇ ਪਰਮਾਤਮਾ ਨੂੰ ਨਾ ਭਾਵੇ ਤੇ ਫਿਰ ਕੁਝ ਵੀ ਨਹੀਂ ਕਰ ਸਕਦਾ। ਮਹਾਰਾਜ ਮਾਲਕ ਨੂੰ ਨਹੀਂ ਪਾਇਆ ਤੇ ਮੀਂਹ ਨਗਰ ਵਿੱਚ ਨਹੀਂ ਪਿਆ। ਬੜੇ ਯਤਨ, ਇਹਨਾਂ ਕਰੋੜਾਂ ਹੀ ਉਪਾਅ ਕੀਤੇ ਹਨ। ਚੌ ਪਈ ਖਿੰਚੀ ਕਲਾ ਤਾਹੀ ਕੀ ਸਗਰੀ, ਉਹ ਮਾਲਕ ਹੀ ਕਲਾ ਦੇਣ ਵਾਲਾ ਹੈ ਨਾ। ਪਾਤਸ਼ਾਹ ਨੇ ਐਸੀ ਕਲਾ ਵਰਤਾਈ ਹੈ ਕਿ ਇਹ ਸਰੇਵੜੇ ਦੀ ਸਾਰੀ ਕਲਾ ਖਿੱਚ ਲਈ। ਉਹ ਕਲਾ ਦੇਣ ਵਾਲਾ, ਤਾਕਤ ਦੇਣ ਵਾਲਾ ਵੀ ਪ੍ਰਮਾਤਮਾ ਆਪ ਹੈ। ਤੇ ਜੇ ਕੋਈ ਵੱਡਾ ਕਹਾਏ ਤੇ ਵਡਿਆਈ ਖਾਏ। ਜੇ ਕੋਈ ਰੱਬ ਦਾ ਸ਼ਰੀਰ ਬਣ ਕੇ ਬੈਠ ਜਾਂਦਾ ਹੈ ਨਾ, ਥੋੜੇ ਸਮੇਂ ਪਹਿਲਾਂ ਕੁਝ ਪ੍ਰਾਪਤ ਕਰਨ ਲਈ ਬੰਦਾ ਅਰਦਾਸਾਂ ਕਰਦਾ ਹੈ, ਘਾਲਣਾ ਤੇ ਘਾਲਦਾ ਹੀ ਹੈ ਨਾ। ਜਦੋਂ ਕੁਝ ਪ੍ਰਾਪਤ ਹੋ ਜਾਂਦਾ ਹੈ, ਰੱਬ ਨੂੰ ਭੁਲਾ ਕੇ ਕਹਿੰਦਾ ਸਭ ਕੁਝ ਮੇਰੇ ਹੱਥ ਵਾਸੀ। ਜਦੋਂ ਸਰੇਵੜੇ ਨੇ ਇਸ ਤਰ੍ਹਾਂ ਕੀਤਾ, ਮਾਲਕ ਨੇ ਉਹ ਨਗਰ 'ਚ ਚਰਨ ਪਾਏ। ਜਦੋਂ ਮੀਂਹ ਪੈਣੋਂ ਹਟ ਗਿਆ ਤੇ ਉਹਦੇ ਕੋਲ ਜਾਂਦੇ ਸੀ ਕਲਾ ਦੇ ਨਾਲ, ਕਹਿੰਦੇ ਮੀਂਹ ਵੀ ਪਵਾ ਦਿੰਦਾ ਸੀ, ਨਹੀਂ ਤਾਕਤ ਰੱਖਦਾ ਸੀ। ਪਰ ਪਾਤਸ਼ਾਹ ਨੇ ਸਾਰੀ ਕਲਾ ਇਹਦੀ ਖਿੱਚ ਲਈ ਹੈ। ਜੋ ਗੁਰ ਬਨਿਓ ਹੋਤ ਸਭ ਨਗਰੀ, ਜਿਹੜਾ ਸਾਰੇ ਨਗਰ ਵਿੱਚ ਗੁਰੂ ਬਣ ਕੇ ਬੈਠਾ ਸੀ, ਰੱਬ ਬਣ ਕੇ ਬੈਠਾ ਸੀ। ਜਬ ਬਰਖਾ ਕੀ ਭੀ ਬਹੁ ਚਾਹੀ, ਜਦੋਂ ਬਰਖਾ ਦੀ ਚਾਹਨਾ ਲੋਕਾਂ ਨੂੰ ਹੁੰਦੀ ਸੀ, ਨਰ ਮਿਲ ਗਏ ਸਰੇਵਰੇ ਪਾਹੀ। ਬਹੁਤੀ ਇੱਛਾ ਜਾਗੀ ਹੈ ਕਿ ਸਾਡੇ ਨਗਰ 'ਚ ਮੀਂਹ ਨਹੀਂ ਪਿਆ। ਸਾਰੇ ਲੋਕ ਇਕੱਠੇ ਹੋਏ, ਆਪਣੇ ਗੁਰੂ ਕੋਲ ਗਏ ਨੇ, ਸਰੇਵੜੇ ਕੋਲ। ਆਪਨ ਮੰਤਰ ਬਿਦ ਸੰਗ ਉਚਾਰਿਓ, ਜਿਸ ਤਰ੍ਹਾਂ ਪਹਿਲਾ ਮੰਤਰ ਪੜ੍ਹਦਾ ਸੀ ਨਾ ਤੇ ਲੋਕ ਬੜੇ ਖੁਸ਼ ਹੁੰਦੇ ਸੀ, ਵਾਹ ਵਾਹ ਕਰਦੇ ਸਨ। ਕਹਿੰਦੇ ਆਪਣੀ ਜੁਗਤੀ ਨਾਲ, ਵਿਧੀ ਦੇ ਨਾਲ ਇਹਨੇ ਮੰਤਰ ਪੜ੍ਹੇ ਹਨ ਸਾਰੇ ਹੀ। ਮੇਹੁ ਨਾ ਪਰਾ ਜਤਨ ਕਰ ਹਾਰਿਓ, ਬੜੇ ਯਤਨ ਕਰਕੇ ਹਾਰ ਗਿਆ, ਥੱਕ ਗਿਆ, ਮੀਂਹ ਨਾ ਪਵਾ ਸਕਿਆ। ਭਏ ਨਿਰਾਸ ਲੋਕ ਕਰ ਆਏ, ਨਾ ਮੀਂਹ ਪੈਣ ਕਰਕੇ ਲੋਕ ਨਿਰਾਸ਼ ਹੋ ਗਏ, ਘਰਾਂ ਨੂੰ ਮੁੜ ਆਏ ਹਨ। ਔਰ ਚਿੰਤਾ ਤੁਰ ਦੁੱਖ ਕੋ ਪਾਏ, ਹਿਰਦੇ ਵਿੱਚ ਬੜੀ ਚਿੰਤਾ ਹੋਈ ਹੈ ਤੇ ਸਾਰੇ ਲੋਕ ਦੁਖੀ ਹੋਣ ਲੱਗੇ ਨੇ। ਕਿਤਕ ਜੇ ਬੈਠ ਗੁਰ ਟਿਗ ਆਈ, ਕਿੰਨੇ ਕਿਤੇ
ਟਿਕ ਜੇ ਬੈਠੇ ਗੁਰੂ ਢਿੱਗ ਆਈ। ਕੁਝ ਲੋਕ ਇਹਨਾਂ ਨੇ ਜਾਣਿਆ ਕਿ ਬਾਰ-ਬਾਰ ਨਗਰ ਦੇ ਰੁੱਖ ਥੱਲੇ ਇੱਕ ਸੰਤ ਬੈਠੇ ਨੇ, ਚਲੋ ਉਹਨਾਂ ਕੋਲ ਚੱਲੀਏ। ਕੁਝ ਲੋਕ ਮਿਲ ਕੇ ਸਤਿਗੁਰਾਂ ਦੇ ਕੋਲ ਆਏ ਹਨ। 300 ਬੂਝਤ ਗਿਰਾ ਅਲਾਈ। ਇਹਨਾਂ ਤੋਂ ਪੁੱਛਣ ਵਾਸਤੇ ਸਤਿਗੁਰਾਂ ਨੇ ਇਸ ਤਰ੍ਹਾਂ ਕਿਹਾ ਹੈ। ਕਿਉਂ ਚਿੰਤਾ ਤੁਰ ਤੁਮ ਹੋ ਬੈਸੇ। ਮਹਾਰਾਜ ਕਹਿਣ ਲੱਗੇ, ਪੁਰਖੋ ਕਿਉਂ ਤੁਸੀਂ ਚਿੰਤਾ ਦੇ ਵਿੱਚ ਡੁੱਬੇ ਹੋਏ ਹੋ? ਤੁਹਾਡੇ ਚਿਹਰੇ ਬੜੇ ਉਤਰੇ ਨੇ, ਬੜੇ ਦੁਖੀ ਹੋਏ ਲੱਗਦੇ ਹੋ। ਕਾਹੋ ਕੋ ਕਾਜ ਭਇਓ ਹੈ ਕੈਸੇ। ਕਿਹੜਾ ਮਾੜਾ ਕੰਮ ਹੋ ਗਿਆ ਹੈ ਤੁਹਾਡੇ ਨਗਰ 'ਚ? ਸੁਨ ਬੋਲੇ ਜੇ ਮਨੁਜ ਦੁਖਾਰੇ। ਸਤਿਗੁਰਾਂ ਦੇ ਬਚਨ ਸੁਣ ਕੇ ਦੁਖੀ ਲੋਕ ਕਹਿਣ ਲੱਗੇ, ਜਲ ਬਿਨ ਸੂਕੇ ਸਰਬ ਕੇ ਦਾਰੇ। ਮਹਾਰਾਜ ਸਾਡੇ ਜਲ ਤੋਂ ਬਿਨਾ, ਪਾਣੀ ਤੋਂ ਬਿਨਾ ਸਾਡੇ ਖੇਤ ਸੁੱਕ ਗਏ ਹਨ। ਮੇਹੂ ਦੇਤ ਥੋ ਗੁਰੂ ਹਮਾਰਾ। ਪਹਿਲਾਂ ਸਾਡਾ ਗੁਰੂ ਜਿਹੜਾ ਸਰੇਵੜਾ ਸੀ ਉਹਦੇ ਕੋਲ ਜਾਈਦਾ ਸੀ ਤੇ ਉਹ ਮੀਂਹ ਪਵਾ ਦਿੰਦਾ ਸੀ। ਅਬ ਕਹਿ ਰਹਿਓ ਨਾ ਬਰਖਿਓ ਬਾਰਾ। ਹੁਣ ਉਹਨੇ ਬੜੇ ਯਤਨ ਕੀਤੇ ਨੇ, ਬਹੁਤ ਵਾਰ ਉਹਨੇ ਇਸ ਤਰ੍ਹਾਂ ਕਿਹਾ ਹੈ, ਮੰਤਰ ਜੰਤਰ ਵਰਤੇ ਹਨ, ਪਰ ਮੀਂਹ ਨਹੀਂ ਪਿਆ। ਇਸ ਪ੍ਰਕਾਰ ਤੇ ਚਿੰਤਾ ਹੋਈ। ਇਸ ਕਰਕੇ ਅਸੀਂ ਬਹੁਤ ਚਿੰਤਾ ਦੇ ਵਿੱਚ ਹਾਂ। ਕ੍ਰਿਕ ਕੋ ਹੋਏ ਉਪਾਏ ਨਾ ਕੋਈ। ਸਾਡੇ ਕੋਲ ਕੋਈ ਉਪਾਅ ਨਹੀਂ ਹੈ, ਕੋਈ ਹੁਣ ਯਤਨ ਨਹੀਂ ਹੈ ਜਿਹਦੇ ਨਾਲ ਮੀਂਹ ਪੈ ਸਕੇ। ਸ੍ਰੀ ਗੁਰ ਕੈ ਸਿਮਰੋ ਸਤਨਾਮੁ। ਸਤਿਗੁਰੂ ਜੀ ਕਹਿੰਦੇ ਫਿਰ ਸਾਰੇ ਹੀਲੇ ਵਸੀਲੇ ਛੱਡੋ ਤੇ ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਦਾ, ਪ੍ਰਭੂ ਦਾ ਨਾਮ ਜਪੋ। ਮੀਂਹ ਪਿਆ, ਪਰਮੇਸ਼ਰ ਪਾਇਆ। ਮੀਂਹ ਪਾਉਣਾ ਤੇ ਪਰਮਾਤਮਾ ਨਹੀਂ ਹੈ ਨਾ, ਉਸ ਪਰਮਾਤਮਾ ਨੇ ਫਰਮਾਨ ਕਰਨਾ ਹੈ, ਆਗਿਆ ਕਰਨੀ ਹੈ। ਮੇਘਾਂ ਨੂੰ ਫਰਮਾਨ ਹੁਆ ਵਰਸੋ ਕਿਰਪਾ ਧਾ। ਫਰਮਾਨ ਵੀ ਉਹ ਪਰਮਾਤਮਾ ਦਾ ਹੀ ਹੋਵੇਗਾ ਤੇ ਉਹਦੇ ਚਰਨਾਂ ਵਿੱਚ ਸਾਰੇ ਮਿਲ ਕੇ ਅਰਦਾਸ ਕਰਿਓ, ਉਹਦਾ ਸਿਮਰਨ ਕਰੋ। ਦੋਹੂ ਲੋਕ ਮਹਿ ਆਵੇ ਕਾਮੂ। ਤੇ ਉਹਦਾ ਸਿਮਰਨ ਦੋਨਾਂ ਲੋਕਾਂ ਦੇ ਵਿੱਚ ਸਹਾਈ ਹੁੰਦਾ ਤਜ ਹੈ। ਸਰੇਵਰੇ ਕੀ ਅਬ ਸੇਵਾ। ਕਿਹੜੇ ਇੱਕ ਬੰਦੇ ਦੀ ਸੇਵਾ ਦੇ ਵਿੱਚ ਲੱਗ ਕੇ ਆਪਣਾ ਜਨਮ ਖਰਾਬ ਕਰ ਰਹੇ ਹੋ? ਜੇ ਉਹ ਮਰ ਗਿਆ ਤੇ ਬਾਅਦ ਵਿੱਚ ਕਿਹਨੂੰ ਰੱਬ ਜਾਣ ਕੇ ਪੂਜੋਗੇ? ਫਿਰ ਇਦਾਂ ਤੇ ਬਾਰ-ਬਾਰ ਹੀ ਆਪਣੇ ਗੁਰੂ ਬਦਲੋਗੇ, ਆਪਣੇ ਰੱਬ ਬਦਲੋਗੇ। ਇਸ ਕਰਕੇ ਇੱਕ ਪਰਮਾਤਮਾ ਦਾ ਸਿਮਰਨ ਕਰੋ ਜੋ ਜਲ ਥਲ ਰਹਿਆ ਸਮਾਏ, ਜੋ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ। ਜਾਚੋ ਏਕ ਓੰਕਾਰ ਅਪੇਵਾ। ਏਕ ਓੰਕਾਰ ਉਹ ਪਰਮਾਤਮਾ ਵਾਹਿਗੁਰੂ, ਉਸ ਦੇ ਕੋਲੋਂ ਮੰਗੋ। ਚਾਹੋ ਜੇ ਜੋ ਪਾਵੋ ਸੋ। ਜੋ ਚਾਹੋਗੇ ਉਹਦੇ ਕੋਲੋਂ ਪ੍ਰਾਪਤ ਕਰ ਲਵੋਗੇ। ਬਾਹੁਰ ਨ ਚਿੰਤਾ ਵਿਆਪਹਿ ਕੋ। ਫਿਰ ਕਦੇ ਵਾਸਤੇ ਤੁਸੀਂ ਚਿੰਤਾ ਦੇ ਵਿੱਚ ਨਹੀਂ ਹੋਵੋਗੇ। ਕਰੋ ਅਡੋਲੰ ਸ਼ਰਦਾ ਜੀ ਕੀ। ਆਪਣੀ ਅਡੋਲ ਸ਼ਰਧਾ ਇੱਕ ਪਰਮਾਤਮਾ ਤੇ ਰੱਖੋ। ਕਰੋ ਤਿਹਾਵਲ ਅਬ ਬਿਦਨੀ ਕੀ। ਹੁਣ ਚੰਗੀ ਵਿਧੀ ਦੇ ਨਾਲ ਤਿਹਾਵਲ ਕੜਾ ਪ੍ਰਸ਼ਾਦ ਕਰੋ। ਜੋ ਮਰਿਆਦਾ ਹੈ ਕਿ ਇਸ਼ਨਾਨ ਪਾਨ ਕਰਕੇ ਸੁੱਚੇ ਵਸਤਰ ਪਾ ਕੇ ਸੁਚਮਤਾ ਦੇ ਨਾਲ ਤਿੰਨੇ ਵਸਤੂਆਂ ਇੱਕੋ ਜਿਹੀਆਂ ਲੈ ਕੇ, ਆਟਾ, ਖੰਡ, ਘਿਓ ਇੱਕੋ ਜਿਹਾ ਲੈ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ। ਅਜੋਕੇ ਸਮੇਂ 'ਚ ਕਈ ਹੋਰ ਹੀ ਵਸਤੂਆਂ ਵਰਤਣ ਲੱਗ ਪਏ ਨੇ। ਕਹਿੰਦੇ ਨੇ ਕਿਸੇ ਨੂੰ ਕਿ ਆ ਫਲਾਣੀ ਪ੍ਰੋਬਲਮ ਹੈ ਤੇ ਖੰਡ ਤੋਂ ਬਿਨਾਂ ਬਣਾ ਲਓ। ਕੋਈ ਘਿਓ ਦੀ ਜਗ੍ਹਾ ਕਈ ਤਰ੍ਹਾਂ ਦੇ ਪਦਾਰਥ, ਕੋਈ ਤੇਲ ਵਰਤਦਾ, ਕੋਈ ਮੱਖਣ ਵਰਤਦਾ ਹੈ। ਪਰ ਜਿਹੜੀ ਮਰਿਆਦਾ ਹੈ ਕੜਾ ਪ੍ਰਸ਼ਾਦ ਦੀ, ਉਹ ਘਿਓ ਤੇ ਆਟਾ ਲੈ ਕੇ, ਖੰਡ ਲੈ ਕੇ ਇੱਕੋ ਜਿਹੀ, ਤੇ ਫਿਰ ਇਸ਼ਨਾਨ ਪਾਨ ਕਰਕੇ ਸੁਚਮਤਾ ਦੇ ਨਾਲ ਜਿੰਨਾ ਚਿਰ ਆਟਾ ਭੁੰਨਣਾ ਹੈ, ਜਪਜੀ ਸਾਹਿਬ ਦਾ ਪਾਠ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਦਰਬਾਰ 'ਚ ਲਿਆ ਕੇ 40 ਪੌੜੀਆਂ ਦਾ ਆਨੰਦ ਸਾਹਿਬ ਪੜ੍ਹਨਾ। ਉਹ 5ਵੀਂ ਰੁੱਤ 'ਚ ਵੀ ਆਇਆ ਸੀ ਜਦੋਂ ਆਪਾਂ ਪਿੱਛੇ ਇਤਿਹਾਸ ਸੁਣਿਆ ਸੀ। ਤੇ 100 ਸਾਖੀ 'ਚ ਵੀ ਬਚਨ ਆਉਂਦਾ। ਸਿੱਖਾਂ ਨੇ ਕਿਹਾ ਸੀ ਮਹਾਰਾਜ ਕੋਈ ਕਾਰਜ ਰੁਕ ਜਾਵੇ ਤੇ ਗੁਰਦੇਵ ਨੇ ਕਿਹਾ ਸੀ ਵਿਧੀ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਨੰਦ ਸਾਹਿਬ ਦੀਆਂ 40 ਪੌੜੀਆਂ ਦਾ ਪਾਠ ਕਰਨਾ। ਮਹਾਰਾਜ ਫਿਰ ਵੀ ਜੇ ਕਾਰਜ ਰੁਕੇ ਤੇ ਮਹਾਰਾਜ ਕਹਿਣ ਲੱਗੇ ਕਿ ਕੁਝ ਸਾਡੇ 'ਚ ਕਮੀ ਹੋ ਸਕਦੀ ਹੈ, ਉਹ ਦੇਖਣ ਦਾ ਯਤਨ ਕਰਨਾ। ਤੇ ਫਿਰ ਤੁਸੀਂ 3 ਪਾਠ ਆਨੰਦ ਸਾਹਿਬ ਦੇ ਕਰ ਲਿਆ ਕਰੋ। ਤੇ ਗੁਰਦੇਵ ਕਹਿੰਦੇ ਸਾਰੇ ਹੀ ਤੁਹਾਡੇ ਕਾਰਜ ਉਹ ਪ੍ਰਭੂ ਰਾਸ ਕਰੇਗਾ। ਇਹ ਮਹਾਰਾਜ ਨੇ ਵਿਧ ਸਾਨੂੰ ਦਿੱਤੀ ਹੈ, ਪਰ ਆਪਾਂ ਇਹ ਵਿਧੀਆਂ ਅਪਣਾਉਂਦੇ ਨਹੀਂ ਤੇ ਹੋਰ ਜਿਹੜੇ ਆਸਰੇ ਉਹ ਭਾਲਦੇ ਹਾਂ। ਸੋਚਦੇ ਹਾਂ ਕੋਈ ਕਲਾ ਵਰਤ ਜਾਵੇ, ਕੋਈ ਸ਼ਕਤੀ ਇਦਾਂ ਦੀ ਵਰਤ ਜਾਵੇ, ਕੋਈ ਵਰਤਾ ਦੇਵੇ, ਕੋਈ ਬਚਨ ਹੀ ਕਰ ਦੇਵੇ। ਪਰ ਜਿਹੜੀ ਮਰਿਆਦਾ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ ਨਾ, ਆਪਾਂ ਨੂੰ ਉਹ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਚਾਹੀਦੇ ਨੇ। ਫਿਰ ਸਤਿਗੁਰੂ ਆਪ ਸਹਾਈ ਹੁੰਦੇ ਨੇ। ਜੇ ਕੋਈ ਪਰਹੇਜ਼ ਰੱਖ ਕੇ ਡਾਕਟਰ ਦੀ ਦਿੱਤੀ ਦਵਾਈ ਖਾਵੇ ਤੇ ਉਹ ਡਾਕਟਰ ਦੀ ਵੀ ਖੁਸ਼ੀ ਹੁੰਦੀ ਹੈ ਕਿ ਮੇਰਾ ਇਹਨੇ ਬਚਨ ਮੰਨਿਆ, ਮੇਰੀ ਆਗਿਆ ਵਿੱਚ ਚੱਲਦਾ ਹੈ। ਤੇ ਜੇ ਗੁਰੂ ਜੀ ਦਾ ਬਚਨ ਮੰਨ ਕੇ ਆਪਾਂ ਉਹ ਕਾਰਜ ਕਰਾਂਗੇ ਨਾ, ਜਿਹੜੀ ਮਰਿਆਦਾ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ, ਤੇ ਗੁਰੂ ਦੀ ਪ੍ਰਸੰਨਤਾ ਦੇ ਨਾਲ ਹੀ ਸਾਡੇ ਕਾਰਜ ਸਫਲ ਹੋ ਜਾਣਗੇ। ਸਤਿਗੁਰੂ ਕਹਿਣ ਲੱਗੇ ਸਿਮਰਨ ਕਰੋ
ਤੇ ਵਿਧੀ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਜਬ ਅਰਦਾਸ ਕਰੋਗੇ ਤਾਂ ਜਦੋਂ ਕੀ ਪ੍ਰਭੂ ਦੇ ਚਰਨਾਂ ਦੇ ਵਿੱਚ ਇਕਾਗਰ ਮਨ ਦੇ ਨਾਲ ਤੁਸੀਂ ਅਰਦਾਸ ਕਰੋਗੇ, ਬਰਖੈ ਬਰਖਾ ਮਿਤ ਨਹਿ ਜਾ ਕੀ। ਗੁਰਦੇਵ ਕਹਿੰਦੇ ਫਿਰ ਤੁਹਾਡੀ ਅਰਦਾਸ ਕੀਤੀ ਹੋਈ ਬਿਰਥੀ ਨਹੀਂ ਜਾਵੇਗੀ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਤੁਹਾਡੇ ਕਾਰਜ ਸਾਰੇ ਸਫਲੇ ਹੋਣਗੇ। ਬਰਖਾ ਮਿਤ ਨਹੀਂ ਜਾਂ ਕੀ, ਸੋ ਇਸ ਪ੍ਰਕਾਰ ਕਾਰਜ ਸਫਲੇ ਹੋਣਗੇ ਜਿਸ ਦਾ ਅੰਦਾਜ਼ਾ ਨਾ ਲਾ ਸਕੋਗੇ। ਇੰਨਾ ਮੀਂਹ ਪਵੇਗਾ ਕਿ ਮੀਂਹ ਪੈਣ ਦੇ ਨਾਲ ਤੁਹਾਡੇ ਖੇਤ ਜਿਹੜੇ ਨੇ ਉਹ ਹਰੇ ਹੋ ਜਾਣਗੇ। ਜਿਸ ਤਰ੍ਹਾਂ ਗੁਰਦੇਵ ਦਾ ਬਚਨ ਮੰਨ ਕੇ ਇਹ ਨਗਰ ਵਾਲੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਨਗੇ, ਮੀਂਹ ਪਵੇਗਾ ਤੇ ਰਾਜਾ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਵੇਗਾ। ਪਰ ਜਿਹੜਾ ਸਰੇਵੜਾ ਸੀ ਉਹ ਪਹਿਲਾਂ ਧੀਰਖਾ ਕਰੇਗਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਭਾਈ ਮਰਦਾਨਾ ਜੀ ਜਦੋਂ ਪੁੱਛਦੇ ਨੇ, ਪਾਤਸ਼ਾਹ ਇਹ ਕੌਣ ਹਨ, ਤੇ ਸਤਿਗੁਰੂ ਜੀ ਨੇ ਇਹਨਾਂ ਦੇ ਪਰਥਾਏ ਭਾਈ ਮਰਦਾਨਾ ਜੀ ਨੂੰ ਇਹ ਪਾਵਨ ਸ਼ਲੋਕ ਉਚਾਰਨ ਕਰਕੇ ਇਹ ਸਿੱਖਿਆ ਦਿੱਤੀ ਸੀ ਕਿ ਕੌਣ ਹਨ। ਸਿਰ ਖੁਹਾਏ ਪੀ ਹੈ ਮਲਵਾਣੀ, ਝੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹਿ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਇਹ ਪਾਵਨ ਸ਼ਬਦ ਉਚਾਰਨ ਕਰਕੇ ਗੁਰਦੇਵ ਸਿੱਖਿਆ ਦੇਣਗੇ। ਬਾਅਦ ਵਿੱਚ ਇਹ ਸਰੇਵੜਾ ਵੀ ਜਿਹੜਾ ਸੀ ਇਹ ਚਰਨ ਪਾਉ ਲੈ ਕੇ ਗੁਰੂ ਜੀ ਦਾ ਸਿੱਖ ਬਣ ਗਿਆ ਸੀ। ਮਹਾਰਾਜ ਕਿਰਪਾ ਕਰਨ। ਰਹਿੰਦਾ ਪ੍ਰਸੰਗ ਕਾਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਕਿ ਜੋ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ, ਦਿੱਤੀ ਸਿੱਖਿਆ ਸਾਡੇ ਹਿਰਦਿਆਂ ਵਿੱਚ ਘਰ ਘਰ ਜਾਵੇ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਦੋ ਪੰਕਤੀਆਂ ਇੱਥੇ ਸਰਵਣ ਕਰੀਏ। ਸਮਾਪਤੀ ਹੈ ਜੀ। ਧਰਹੁ ਅਡੋਲੰ ਸ਼ਰਧਾ ਜੀ ਕੀ, ਬਰਖੈ ਬਰ ਕਰਹੁ ਤੇ ਹਾਵਲ ਅਬ ਬਿਦਨੀ ਕੀ। ਜਬ ਅਰਦਾਸ ਕਰੋਗੇ ਤਾਂ ਕੀ, ਬਰਖੈ ਬਰਖਾ ਮਿਤ ਨਹਿ ਜਾ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।